काम क्रोध लोभ झूठ निंदा इनते आप छड़ावो। एह भीतर ते इनको डारो आपन निकट बुलावो। अपनी बिद आप जनावो। हर जन मंगल गावो। बिसर नाही कबहूँ ही ते एह बिद मन में पावो। गुरपूरा भेटियो वड भागी जन नानक कतह न थावो। दंडोत बंदन अनिक बार सर्व कला समरथ। डोलन ते राखो प्रभु नानक दे कर हथ। सतनाम धन वाहे गुरु साहिब जियो। जय जावंती महला नौवा। राम भज राम भज जन्म सिरात है। कहूँ कहा बार बार समझत न क्यों गवार। बिनसत न लगे बार और समगात है। राम भज जन्म सिरात है। कहूँ कहा बार बार समझत न क्यों गवार। बिनसत न लगे बार और समगात है रहा। सगल परम डार दे गोविंद को नाम लेहे। अंत बार संग तेरे एक है एक जात है। भिखिया भिख ज्यों विसार प्रभ को जस हिये तार। नानक जन कहे पुकार अवसर बेहात है। भिखिया भिख ज्यों विसार प्रभ को जस हिये तार। नानक जन कहे पुकार अवसर बेहात है। वाहिगुरु जी का खालसा वाहिगुरु जी की फतेह। परम सम्मान योग
जुगो जुग अटल। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਦੇ ਗੁਰਮਤਿ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਜਿਵੇਂ ਆਪ ਜੀ ਨੂੰ ਭਲੀ ਪ੍ਰਕਾਰ ਪਤਾ ਹੈ ਔਰ ਕੱਲ ਵੀ ਕਥਾ ਦੇ ਆਰੰਭ ਵਿੱਚ ਬੇਨਤੀ ਕੀਤੀ ਸੀ ਕਿ ਇਸ ਵਾਰੀ ਅਮਰੀਕਾ ਦੇ ਇਸ ਪ੍ਰਚਾਰ ਦੌਰੇ ਦੇ ਦਰਮਿਆਨ ਜ਼ਿਆਦਾਤਰ ਥਾਵਾਂ ਤੇ ਆਪਾਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹਨਾਂ ਦੇ ਜੋ 59 ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ ਉਸ ਅੰਮ੍ਰਿਤ ਬਾਣੀ ਦੀ ਵਿਆਖਿਆ ਗੁਰਦੁਆਰਾ ਸੈਨਿਕ ਵਜ਼ੇ ਤੋਂ ਆਰੰਭ ਕੀਤੀ ਸੀ ਔਰ ਮਾਲਕ ਦੀ ਕਿਰਪਾ ਨਾਲ ਸੰਪੂਰਨਤਾ ਵੀ ਇਸ ਅਸਥਾਨ ਤੇ ਆਪਾਂ ਕਰਨ ਜਾ ਰਹੇ ਹਾਂ। ਰਾਗ ਜੈਜਾਵੰਤੀ ਦਾ ਪਹਿਲਾ ਸ਼ਬਦ ਕੱਲ ਅਸੀਂ ਵਿਚਾਰਿਆ ਸੀ ਤੇ ਜ਼ਿਆਦਾ ਸਮਾਂ ਆਪਾਂ ਸਤਿਗੁਰਾਂ ਨੇ ਜੋ ਮੰਗਲ ਦਰਜ ਕੀਤਾ ਹੈ ਉਸ ਦੇ ਸੰਬੰਧ ਵਿੱਚ ਵਿਚਾਰ ਕੀਤੀ ਸੀ ਤੇ ਉਹ ਜ਼ਰੂਰੀ ਸੀ ਤੇ ਇਹ ਵੀ ਸੱਚ ਇਹ ਸੰਪੂਰਨ ਮੰਗਲ ਜੋ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 55 ਸ਼ਬਦਾਂ ਵਿੱਚ ਕਿਤੇ ਵੀ ਨਹੀਂ ਆਇਆ। ਇਹ ਸੰਪੂਰਨ ਮੰਗਲ ਹਜ਼ੂਰ ਨੇ ਰਾਗ ਜੈਜਾਵੰਤੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਦਰਜ ਕੀਤਾ। ਆਓ ਕੱਲ ਦੇ ਅੰਮ੍ਰਿਤ ਬਚਨ ਨੂੰ ਨਾਲ ਲੈ ਕੇ ਅੱਜ ਦੇ ਇਸ ਅੰਮ੍ਰਿਤ ਸ਼ਬਦ ਦੀ ਵਿਚਾਰ ਆਪ ਸੰਗਤ ਦੀ ਅਸੀਸ ਨਾਲ ਸਤਿਗੁਰਾਂ ਦੀ ਮਿਹਰ ਨਾਲ ਆਪਾਂ ਕਰ ਸਕੀਏ। आप जितने गुरुद्वारा साहिब विखे बैठे हो और जितनी संगत देश विदेश अपने घरां भी तुसीं सरवण कर रहे हो, करो किरपा आप असीस बख्शो। कई बार ये शब्द उपरा जा लगेगा जी घरां च बैठे, एक गल याद रखियो कि तुर सीने तो निकली हुई अरदास ਬੰਦੇ ਦੇ ਸਰੀਰ ਦੀ ਹੋਂਦ ਤੋਂ ਬਾਅਦ ਵੀ ਆਤਮਾ ਦਾ ਭਲਾ ਕਰਦੀ ਹੈ। ਅਸੀਂ ਸਾਰੇ ਕਹਿੰਦੇ ਆ ਵੀ ਅੰਤਮ ਅਰਦਾਸ ਹੈ। ਆਪਾਂ ਸਿੱਖ ਜਗਤ ਵਿੱਚ ਜੋ ਆਪਣੀ ਮਰਿਆਦਾ ਹੈ ਅਸੀਂ ਕੀਰਤਨ ਕਰਨੇ ਆ, ਪ੍ਰਾਣੀ ਦੇ ਜਾਣ ਤੋਂ ਬਾਅਦ ਅਰਦਾਸ ਕਰਨੇ ਆ। ਗੱਲ ਮੇਰੀ ਧਿਆਨ ਨਾਲ ਸੁਣਿਓ। ਉਸ ਬੰਦੇ ਦਾ ਜਿਹੜਾ ਵਜੂਦ ਸੀ, ਉਹਦਾ ਤਨ ਸੀ, ਉਹ ਸਾਡੀਆਂ ਅੱਖਾਂ ਦੇ ਸਾਹਮਣੇ ਖਤਮ ਹੋ ਚੁੱਕਾ ਹੈ। ਅਸੀਂ ਆਪਣੇ ਹੱਥਾਂ ਨਾਲ ਉਹਨੂੰ ਨਵਾ ਧਵਾ ਕੇ ਅੱਗ ਦੇ ਵਿੱਚ ਰੱਖ ਦਿੱਤਾ। ਜਦੋਂ ਵਜੂਦ ਮੁੱਕ ਗਿਆ ਫਿਰ ਅਰਦਾਸ ਕਿਸ ਲਈ ਹੈ? ਨਹੀਂ, ਸਿੱਖ ਦਾ ਫੇਥ ਕਹਿੰਦਾ ਹੈ ਕਿ ਮੇਰਾ ਸਤਿਗੁਰੂ ਕੇਵਲ ਦਿਸਦੇ ਹੋਏ ਦਾ ਹੀ ਸੰਭਾਲਣ ਵਾਲਾ ਨਹੀਂ, ਕੇਵਲ ਦ੍ਰਿਸ਼ਟਮਾਨ ਵਿੱਚ ਹੀ ਬਾਹ ਨਹੀਂ ਫੜਦਾ। ਸੱਚ ਇਹ ਵੇ ਕਿ ਜਦੋਂ ਤਨ ਦਿਸਦਾ ਹੋਇਆ ਵੀ ਮੁੱਕ ਜਾਏ, ਤਨ ਨਾਲ ਕੀਤੇ ਹੋਏ ਕਰਮਾਂ ਦੀ ਖਿਮਾ ਵੀ ਅਰਦਾਸ ਵਿੱਚ ਮੰਗਨੇ ਆ, ਪਰ ਉਹ ਸੰਗਤ ਮੰਗਦੀ ਹੈ। ਦੂਸਰੀ ਗੱਲ ਕਿ ਜਿੱਥੇ ਤਨ ਨਹੀਂ ਜਾਣਾ ਉਸ ਜੀਵ ਆਤਮਾ ਤੱਕ ਕੇਵਲ ਸਤਿਗੁਰੂ ਦਾ ਪ੍ਰਸਾਦ ਬਖਸ਼ਿਸ਼ ਹੀ ਜਾਣੀ ਹੈ। ਇਸ ਕਰਕੇ ਮੈਂ ਬੇਨਤੀ ਕਈ ਵਾਰੀ ਕਰਨਾ ਹੁੰਨਾ ਕਿ ਜਿਹੜੀਆਂ ਰੂਹਾਨੀਅਤ ਦੀਆਂ ਤਰੰਗਾਂ ਨੇ ਉਹ ਦੂਰ ਬੈਠਿਆਂ ਵੀ ਅਸਰ ਕਰਦੀਆਂ ਨੇ। ਠੀਕ ਹੈ, ਅਸੀਂ ਦੂਰੀ 'ਚ ਬੈਠਿਆ, ਹਰਿਮੰਦਰ ਸਾਹਿਬ ਤੋਂ ਦੂਰ ਬੈਠਿਆ ਜਾਂ ਕਿਸੇ ਸਪਿਰਿਚੁਅਲ ਥਾਂ ਤੋਂ, ਪਰ ਅਦ੍ਰਿਸ਼ਟ ਜਿਹੜੀ ਸਾਡੀ ਸੁਰਤ ਹੈ ਉਸ ਥਾਂ ਤੋਂ ਵੀ ਰਸ ਰੋਜ਼ ਲੈਂਦੀ ਹੈ ਜੇ ਅਸੀਂ ਉਸ ਥਾਂ ਤੇ ਇਕਾਗਰਤਾ ਨਾਲ ਪਹੁੰਚੀਏ ਤਾਂ। ਇਸੇ ਕਰਕੇ ਸਤਿਗੁਰਾਂ ਨੇ ਇੱਕ ਬਚਨ ਕਿਹਾ, ਚਿੜੀ ਚੌਕੀ ਪਉ ਫੁੱਟੀ ਵਗਨ ਬਹੁਤ ਤਰੰਗ। ਸਾਡੇ ਗੁਰਮੁਖ ਟੀਕਾਕਾਰਾਂ ਨੇ ਅਰਥ ਇਹ ਕੀਤੇ ਨੇ ਕਿ ਪਉ ਫੁਟਾਲੇ ਤੋਂ ਪਹਿਲਾਂ
ਚਿੜੀਆਂ ਜਿਹੜੀਆਂ ਨੇ ਉਹ ਚਹਿਕਣ ਲੱਗ ਪਈਆਂ ਤੇ ਅਨੇਕਾਂ ਤਰ੍ਹਾਂ ਦੀਆਂ ਤਰੰਗਾਂ ਹਵਾਵਾਂ 'ਚ ਹਵਾ ਚੱਲ ਰਹੀ ਸੀ। ਜੇ ਤੁਸੀਂ ਇਸ ਦੇ ਰੂਹਾਨੀ ਅਰਥ ਕਰੋ, ਭਾਈ ਸਾਹਿਬ ਬੈਠਿਆ ਦਰਬਾਰ ਸਾਹਿਬ ਜਦੋਂ ਪਹਿਲਾਂ ਚਿੜੀਆਂ ਸਨ ਨਾ, ਰਾਤ ਨੂੰ 9-10 ਵਜੇ ਪਰਿਕਰਮਾ 'ਚੋਂ ਨਿਕਲਣਾ ਤੇ ਸਾਰੀਆਂ ਬੇਰੀਆਂ ਜਿਹੜੀਆਂ ਸਨ ਸੱਚੀ ਉਹ ਭਰੀਆਂ ਹੁੰਦੀਆਂ ਸਨ। ਥੱਲਿਓਂ ਦੇਖਣ ਨੂੰ ਇੰਝ ਲੱਗਦਾ ਸੀ ਜਿਵੇਂ ਚਿੱਟੇ ਕੱਪੜੇ ਨਾਲ ਕਿਸੇ ਨੇ ਬੇਰੀਆਂ ਨੂੰ ਥੱਲਿਓਂ ਢੱਕਿਆ ਹੋਇਆ, ਪਰ ਕੋਈ ਚਿੜੀ ਨਹੀਂ ਸੀ ਬੋਲਦੀ। 10 ਵਜੇ ਕੋਈ ਚਿੜੀ ਚਹਿਕਦੀ ਨਹੀਂ, ਕਿਸੇ ਦੇ ਚਹਿਕਣ ਦੀ ਆਵਾਜ਼ ਨਹੀਂ। ਹਾਲੇ ਸੰਗਤ ਦੀਆਂ ਆਵਾਜ਼ਾਂ ਨੇ, ਬੱਚੇ ਬੋਲ ਰਹੇ ਨੇ, ਯਾਤਰੂ ਬੋਲ ਰਹੇ ਨੇ, ਪਰ ਜਦੋਂ ਰਾਤ ਨੂੰ 2:30 ਵਜੇ 3 ਵਜੇ ਉਹ ਚਹਿਕਣ ਲੱਗ ਪੈਂਦੀਆਂ। ਕਿਉਂ? ਹਾਲਾਂਕਿ ਉਹ ਇੱਕ ਪੰਛੀ ਹੈ। ਨਹੀਂ ਪਿਆਰਿਓ, ਇੱਕ ਪੰਛੀ ਨੂੰ ਵੀ ਰੱਬ ਨੇ ਅੰਦਰ ਦੀ ਦਾਤ ਦਿੱਤੀ ਹੈ, ਰੂਹਾਨੀਅਤ ਦੀ ਤਰੰਗ ਉਹਦੇ ਤੇ ਵੀ ਅਸਰ ਕਰਦੀ ਹੈ। ਮਹਾਰਾਜ ਕਹਿੰਦੇ ਨੇ ਵਗਨ ਬਹੁਤ ਤਰੰਗ ਅਚਰਜ ਰੂਪ ਸੰਤਨ ਰਚੇ ਨਾਨਕ ਨਾਮੈ ਰੰਗ। ਆਪ ਕਿਰਪਾ ਕਰਕੇ ਅਸੀਸ ਬਖਸ਼ੋ। ਘਰਾਂ ਵਿੱਚ ਬੈਠੇ ਵੀ ਕੋਈ ਰਸਨਾ ਵਿਰਵੀ ਵਾਂਝੀ ਨਾ ਰਹੇ। ਅਦਬ ਸਹਿਤ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਕੱਲ ਆਪ ਸੰਗਤ ਨੂੰ ਮੈਂ ਇੱਕ ਬੇਨਤੀ ਕੀਤੀ ਸੀ ਕਿ ਜਿਸ ਇਨਸਾਨ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੰਦਰ ਦੇ ਦਰਸ਼ਨ ਕਰਨੇ ਆ ਸ਼ਬਦ ਰੂਪ ਵਿੱਚ, ਉਹ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦਾ ਪਾਠ ਕਰੇ। ਤੇ ਜੇ ਜ਼ਿਆਦਾ ਸਮਾਂ ਨਹੀਂ ਤੇ ਰਾਗ ਜੈਜਾਵੰਤੀ ਵਿੱਚ ਜਿਹੜੇ ਸਤਿਗੁਰਾਂ ਦੇ ਆ 4 ਸ਼ਬਦ ਨੇ, ਜਿਹੜਾ ਇਹਨਾਂ ਸ਼ਬਦਾਂ ਦਾ ਹੀ ਪਾਠ ਕਰ ਲਏਗਾ, ਸੱਚ ਇਹ ਵੇ ਇਹਨਾਂ 4 ਸ਼ਬਦਾਂ ਵਿੱਚ ਉਹ ਕੁਝ ਸਤਿਗੁਰੂ ਨੇ ਕਿਹਾ ਜੋ 55 ਸ਼ਬਦਾਂ ਵਿੱਚ ਕਿਹਾ ਹੈ। ਜੇ ਮੰਨ ਲਓ ਹੋਰ ਥੋੜਾ ਜਿਹਾ ਆਪਾਂ ਦੇਖਣਾ ਹੋਵੇ ਤੇ ਮਿੰਟ ਸਾਰੇ 15 ਨਹੀਂ ਲੱਗਦੇ। ਮੈਂ ਸ਼ਬਦ ਵਰਤਿਆ ਜਿਹੜਾ ਨੂੰ ਚਲੰਤ ਬਾਣੀ ਹੈ। 15 ਮਿੰਟਾਂ 'ਚ ਸਤਿਗੁਰਾਂ ਦੇ 57 ਸ਼ਲੋਕਾਂ ਦਾ ਪਾਠ ਕਰ ਲਈਏ ਤੇ ਉਹਨਾਂ 57 ਸ਼ਲੋਕਾਂ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਾਰੀ ਬਰਕਤ, ਸਾਰੀ ਬਖਸ਼ ਜਿਹੜੀ ਉਹ ਵਿੱਚ ਵਰਤਦੀ ਹੈ। ਸਤਿਗੁਰਾਂ ਨੇ ਅੱਜ ਜਿਹੜਾ ਸਾਨੂੰ ਕੱਲ ਬਖਸ਼ਿਸ਼ ਕੀਤੀ ਉਹ ਪ੍ਰਕਰਨ ਹੀ ਅੱਗੇ ਚੱਲ ਰਿਹਾ ਹੈ। ਕੱਲ ਸ਼ਬਦ ਸੀ ਰਾਮ ਸਿਮਰ, ਰਾਮ ਸਿਮਰ ਇਹ ਹੈ ਤੇਰਾ ਕਾਜ ਹੈ। ਅੱਜ ਗੁਰੂ ਸਾਹਿਬ ਨਾਲ ਕਹਿੰਦੇ ਨੇ ਚੇਤੇ ਰੱਖੀ ਰਾਮ ਭਜ ਜਨਮ ਸਿਰਾਤ ਹੈ। ਦੋਨਾਂ ਸ਼ਬਦਾਂ ਨੂੰ ਅਸੀਂ ਇਕੱਠਿਆਂ ਕਰਕੇ ਲੜੀ ਜੋੜ ਕੇ ਚੱਲਾਂਗੇ। ਥੋੜੇ ਜਿਹੇ ਅਰਥ ਮੈਂ ਕੱਲ ਵਾਲੇ ਫਿਰ ਕਰਨੇ ਚਾਹਨਾ ਕਿਉਂਕਿ ਸ਼ਬਦ ਦੀ ਕਥਾ 'ਚ ਸਮਾਂ ਘੱਟ ਲੱਗਾ ਸੀ। ਆਪਾਂ ਹਜ਼ੂਰ ਦੇ ਮੰਗਲਾਚਰ ਦੀ ਵਿਚਾਰ ਕਰਦੇ ਰਹੇ। ਸਤਿਗੁਰਾਂ ਨੇ ਕੱਲ ਬਖਸ਼ਿਸ਼ ਸਾਡੇ ਤੇ ਕੀਤੀ, ਹੈ ਪ੍ਰਾਣੀ ਐ ਇਨਸਾਨ ਤੂੰ ਸਾਰੀਆਂ ਥਾਵਾਂ ਤੇ ਰਮੇ ਕੋਈ ਪਰਮਾਤਮਾ ਨੂੰ ਸਿਮਰ, ਉਹਨੂੰ ਯਾਦ ਕਰ, ਸਿਮਰਦਰ ਤੇ ਚਿੰਤਨ ਕਰ, ਯਾਦ ਕਰ। ਰਾਮ ਸਿਮਰ ਇਹ ਹੈ ਤੇਰਾ ਕਾਜ ਹੈ। ਤੇਰੇ ਕੰਮ ਜੇ ਕਿਸੇ ਆਉਣਾ ਤੇ ਸਿਰਫ ਸਿਮਰਨ ਨੇ ਆਉਣਾ ਹੈ। ਅੱਜ ਸਤਿਗੁਰੂ ਸ਼ਬਦ ਕਹਿ ਰਹੇ ਨੇ ਕਿ ਰਾਮ ਭਜ। ਗੱਲ ਉਹੀ ਹੈ, ਪ੍ਰਭੂ ਦਾ ਨਾਮ ਭਜ, ਪਰਮੇਸ਼ਵਰ ਦਾ ਸਿਮਰਨ ਕਰ। ਤੇ ਨਾਲ ਸ਼ਬਦ ਵਰਤਿਆ ਜਨਮ ਸਿਰਾਤ ਹੈ। ਸੱਸੇ ਨੂੰ ਸਿਹਾਰੀ ਹੈ, ਉਹ ਬੋਲਣੀ ਹੈ, ਸਰਾਤ ਨਹੀਂ। ਜਨਮ ਸਿਰਾਤ ਹੈ, ਸਿਰਾਤ ਦਰ ਤੇ ਗੁਜ਼ਰ ਜਾਣਾ, ਲੰਘ ਜਾਣਾ। ਕਹਿੰਦੇ ਨੇ ਪਰਮਾਤਮਾ ਦਾ ਨਾਮ ਜਪ, ਪਰਮਾਤਮਾ ਦਾ ਨਾਮ ਜਪ। ਉਹ ਬੰਦਿਆ ਤੇਰੀ ਜ਼ਿੰਦਗੀ ਦਾ ਸਮਾਂ ਗੁਜ਼ਰ ਗਿਆ, ਤੇਰਾ ਜਨਮ ਗੁਜ਼ਰ ਗਿਆ, ਤੇਰਾ ਵਕਤ ਲੰਘ ਗਿਆ ਹੈ। ਥੋੜਾ ਜਿਹਾ ਇਸ ਬੇਨਤੀ ਨੂੰ ਸੁਣਿਓ। ਇੱਕ ਤਾਂ ਪਹਿਲੀ ਬੇਨਤੀ ਇਹ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵਿੱਚ ਦੋਹਰਾ ਬਹੁਤ ਹੈ, ਬਹੁਤ ਦੋਹਰਾ ਹੈ। ਦੋਹਰਾ ਆਪਾਂ ਸਮਝਨੇ ਆ ਨਾ ਕਿ ਇੱਕ ਗੱਲ ਨੂੰ ਸਤਿਗੁਰੂ ਵਾਰ-ਵਾਰ 2 ਵਾਰੀ 3 ਵਾਰੀ ਰਿਪੀਟ ਕਰ ਰਹੇ ਆ। ਜਾਂ ਹੀ ਸ਼ਬਦ ਵਰਤੋ, ਹਿੰਦੀ ਦਾ ਇੱਕ ਸ਼ਬਦ ਵਰਤਿਆ ਪੁਨਰੁਕਤੀ, ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਬਾਣੀ ਹੈ ਇਸ ਵਿੱਚ ਪੁਨਰੁਕਤੀ ਹੈ। ਵਾਰ-ਵਾਰ ਇੱਕ ਗੱਲ ਅੱਜ ਮਨ 'ਚ ਆਇਆ ਸੀ ਵੀ ਵਾਰ-ਵਾਰ ਕਿਉਂ ਕਹਿੰਦੇ ਨੇ। ਹਾਲਾਂਕਿ ਮਹਾਰਾਜ ਨੇ ਅੱਜ ਦੇ ਸ਼ਬਦ 'ਚ ਕਹਿ ਵੀ ਦਿੱਤਾ, ਕਹਿਣ ਲੱਗੇ
मैं तेनू वार वार कही जाना पर मूर्खा समझदा क्यों नहीं पिया। ये बार बार की है, ये रिपीट करना क्यों है, ये वार वार दोहराना क्यों है। ये गल जेन च रख के तुरियो कि सारा संसार, थोड़ी जी संबंधी अज बेनती कि सारा संसार जिहड़ा है वो दोहरा ते ही पुनरुक्ति ते ही है, जिन्हों यूं कह लो वार वार रटन है। क्योंकि इस संबंधी कई बारी जिहड़े सज्जन नहीं कदी जपिया जां कदी परमेश्वर ने नहीं किते इहो जिहा समां दिता, किसी नूं दोष देना भी तू नहीं जपदा, क्योंकि सिमरन भी उही कर सकदा है जिन्ना ते उहदी नदर हुंदी है। से सिमरै जिन आप समराए, ते जदों आप समराए शब्द आया ना, ਇਹਦੇ ਵਿੱਚ ਸਾਡੀ ਅੰਦਰ ਦੀ ਖੌਮੇ ਦਾ ਕੰਡਾ ਪੱਟ ਕੇ ਬਾਹਰ ਮਾਰਿਆ, ਨਾਲ ਹੀ ਸਮਝਾ ਦਿੱਤਾ ਸਿਮਰਨ ਕਰਕੇ ਮਤ ਸੋਚੀ ਮੈਂ ਸਿਮਰਨ ਕੀਤਾ, ਸਿਮਰਨ ਕਰਕੇ ਸ਼ੁਕਰਾਨੇ ਦੀ ਅਰਦਾਸ ਕੀਤੀ, ਤੂੰ ਸਿਮਰਨ ਕਰੀ, ਤੂੰ ਆਪ ਸਿਮਰਨ ਕਰਾਇਆ। ਫਿਰ ਬੇਨਤੀ ਸੇ ਸਿਮਰੈ ਜਿਨ ਆਪ ਸਿਮਰਾਏ। ਆਪ ਰਹਿ ਰਾਸ ਸਾਹਿਬ ਵਿੱਚ ਇੱਕ ਪਾਠ ਕਰਦੇ ਹੋ, ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ। ਇਹਦੇ ਵਿੱਚ ਵੀ ਖੌਮੇ ਮਾਰ ਦਿੱਤੀ कि जिसनू तू जनाना चाहे, जिस ते तुसी मेहर करो, जिसनू तू जाना है सोई जन जाना है। ते अगे महाराज कहते हर गुण सद ही आख विखाना। वो खरी दे गुणां नू, परमात्मा दे गुणां नू सद गाउंदा है। इहदा मतलब पहली गल तां इह, जिस उपर उहदी नदर है, जिस उपर उहदा प्रसाद है, जिस उपर उसदी किरपा है, वो परमात्मा दे नाम नू जपदा है। हुण जपना शब्द पहला सिमर सी, अज भज आ गया, जप भी आए। ये जड़ा असी वार वार रटन करने हैं, क्योंकि पढ़े लिखे सज्जन उन्हां दा अपने सोचण दा ढंग हुंदा है कि जदों एक गल समझ ही लई ते बार बार क्यों कही जाते हो। सच्ची अज बंदे बच्चे नहीं बर्दाश्त करते, बच्चे कि वड्डे भी नहीं बर्दाश्त करते, इन्ने को नाजुक हो चुके ने ना। सच ये जे एक लफ्ज़ मापियां दी जबान तो भी निकल जाए, उन्हां दे अंदर नूं तोड़ दिंदा है। नाजुक हो चुके ने ना। पर ये जे कोई कहे वार वार क्यों कही जाते, एक बारी जदों कह दिता गल ही बड़ी नहीं। प्यारिओ याद रखियो, ये सारी दी सारा जिहड़ा संसार है ना, ये दोहरा करके चल रहा है, ये रटन करके चल रहा है। जे रटन नहीं होवेगा तो सच्ची मुच्ची तलीम भी नहीं अगे वध सकती। थोड़ियां जी मैं उदाहरणां देनियां ने कि महाराज वार वार क्यों कह रहे, तो मन च भी आउंदा वार वार क्यों आपां कही जाने आ सिमरो सिमरो जपो जपो, तो वार वार वाहिगुरू वाहिगुरू क्यों कहने। इत्थों तक आप नूं पता होवे कि सुखमनी साहिब दी बाणी विच ते जपजी साहिब दी बाणी विच भी दोहरा बहुत है। आप जदों पाठ करदे हो, मैं कल भी कहा, पहली सारी अष्टपदी सिमरन नाल, उस तो बाद जे ब्रह्म ज्ञानी का जिक्र चलता है तो सारा ब्रह्म ज्ञानी, जे साध का जिक्र चलता है तो साध का, जे संत का चलता है तो संत का, जे सतगुरु का चलता है तो सतगुरु का, जे सरगुण निर्गुण निरंकार की गल चलती है तो उहदे विच ओह बातां जिहड़ियां सरगुण तो पहलां भी वापरियां ने, उहदे विच भी रटन है। आप जपजी साहिब पढ़दे हो, गुरमुखो जपजी साहिब विच किन्ना दोहरा है। इस विच देखो तुसी, जे हुक्म शब्द आया किन्नियां तुकां हुक्म दियां कह दित्तियां। जे गावै को ताण आया, पूरी पौड़ी दे विच गावै शब्द ज़्यादा वरतिया। सुनिया आया, 4 पौड़ियां सुनिया दियां कही गए, एक पौड़ी मन्ने दी कही, 3 पौड़ियां मन्ने दियां कहियां। इस तो अगे 3 पौड़ियां असंख दियां कह दित्तियां। जे अंत शब्द आया तो अंत नूं रिपीट करी गए, जे अमुल शब्द आया तो अमुल नूं वार वार दोहराई गए। प्यारिओ जे केते शब्द आया तो केते वार वार कही गए, क्योंकि एक केते शब्द हुंदा है कि बहुता कर्म लिखिया ना जाए, वड्डा दाता तिल ना तमाए, केते मंगै जोध अपार। ते एक केते हुंदा ज्ञान खंड विच, धर्म खंड का एहो धर्म, ज्ञान खंड का आखो कर्म, केते पवन पानी व संतर, केते कान मिखेश। वार वार हो रहा है। सिर्फ 2-4 बेनतियां ने। वैसे तो जिहड़ा वार वार जपदा उहनूं किसी दलील की लोड़ है ही नहीं। ये असीं जो कथा च वार वार उदाहरणां दिंदे आ, खिमा करियो, जिहड़ा जपन लग ही पिया। मैं पिछले दिनी न्यूयॉर्क एक अर्ज करके आया कि सवाल करन दी थां जे किते महीना 2 महीना ठुक के
ਜੋ ਗੁਰੂ ਨੇ ਕਿਹਾ ਉਹਨੂੰ ਸਤ ਬਚਨ ਕਰਕੇ ਕਮਾਣਾ ਸ਼ੁਰੂ ਕਰ ਲਈਏ ਤੇ ਸੱਚ ਇਹ ਵੇ ਸਾਡੇ ਸਵਾਲਾਂ ਦਾ ਖਾਤਮਾ ਉਹਦੇ ਵਿੱਚ ਹੀ ਹੋ ਜਾਣਾ ਹੈ। ਕਿਉਂਕਿ ਸਵਾਲ ਨਿਕਲਦੇ ਪਏ, ਸਵਾਲ ਹੋਣੇ ਚਾਹੀਦੇ ਆ, ਪਰ ਸਾਰਥਕ, ਸਮਝਣ ਵਾਲੇ, ਅੱਗੇ ਚੱਲਣ ਵਾਲੇ। ਪਰ ਮੈਂ ਆਪ ਨੂੰ ਬੇਨਤੀ ਕਰਾਂਗਾ, ਦੁਨੀਆ ਦੀ ਤਾਲੀਮ ਵਿੱਚ ਵੀ ਦੁਹਰਾਓ ਕੰਮ ਕਰਦਾ ਹੈ, ਉਹਦੇ ਵਿੱਚ ਵੀ ਰਟਨ ਕੰਮ ਕਰਦਾ ਹੈ। ਦੇਖੋ, ਅਸੀਂ 35 ਅੱਖਰ ਗੁਰਮੁਖੀ ਦੇ ਪੜ੍ਹਨੇ ਆ। ਇਹ ਡਾਕਟਰ ਤਾਰਨ ਸਿੰਘ ਉਹਨਾਂ ਮੈਨੂੰ ਯਾਦ ਹੈ, ਉਹਨਾਂ ਦੀ ਕਿਤਾਬ ਹੈ, ਜਿਨ੍ਹਾਂ ਨੂੰ ਪੜ੍ਹਨ ਦਾ ਸ਼ੌਂਕ ਹੈ, ਨੇਮ ਤੇ ਪ੍ਰੇਮ, ਜ਼ਰੂਰ ਪੜ੍ਹਿਓ। ਬੜੀ ਭਾਵਨਾ ਸਹਿਤ ਉਹਨਾਂ ਨੇ ਗੱਲ ਕਹੀ। ਉਹ ਕਹਿੰਦੇ ਨੇ, ਦੇਖੋ ਅਸੀਂ 35 ਅੱਖਰ ਗੁਰਮੁਖੀ ਦੇ ਪੜ੍ਹਨੇ ਆ, 35 ਨੇ, 26 ਅੱਖਰ ਆਪ ਜੀ ਦੇ ਰੋਮਨ ਵਿੱਚ, 52 ਅੱਖਰਾਂ ਦੇ ਵਿੱਚ ਆਪਾਂ ਸੰਸਕ੍ਰਿਤ ਜਾਂ ਦੇਵਨਾਗਰੀ ਸ਼ਬਦ ਵਰਤਨੇ। ਹੁਣ ਦੇਖੋ, ਜਦੋਂ ਅਸੀਂ 35 ਅੱਖਰ ਪੜ੍ਹਨੇ ਆ, ਊੜਾ ਐੜਾ ਈੜੀ ਜਿਹੜਾ ਪੜ੍ਹਨੇ ਆ ਗੁਰਮੁਖੋ, ਇਹ ਸਾਡੀ ਸ਼ੁਰੂਆਤ ਹੈ ਤੇ ਇਹ ਜ਼ੇਨ ਵਿੱਚ ਤਾਂ ਜਾਂਦੇ ਆ ਜਦੋਂ ਆਪਾਂ ਰਟਨੇ ਆ, ਰਟਨ ਤੋਂ ਬਿਨਾਂ ਅੰਦਰ ਨਹੀਂ ਜਾਂਦੇ। ਹੁਣ ਜਦੋਂ 35 ਅੱਖਰ ਲਿਖ ਦਿੱਤੇ, ਚਲੋ ਅੱਜ ਦੀ ਧੁਨੀ ਅਨੁਸਾਰ ਅੱਗੇ ਸੱਸੇ ਥੱਲੇ ਬਿੰਦੀ ਛਾਪ ਪਾ ਦਿੱਤਾ, ਖੱਖੇ ਥੱਲੇ ਬਿੰਦੀ ਖਾ, ਪਰ 35 ਨੇ। ਪਰ ਉਹ ਬੱਚਿਆਂ ਦੀ ਸ਼ੁਰੂਆਤ ਰਟਨ ਤੋਂ ਹੋਈ। ਉਹ 35 ਅੱਖਰ ਬੱਚੇ ਰਟੀ ਗਏ। ਤੇ ਯਾਦ ਰੱਖਿਓ, ਜਿੰਨੀ ਦੇਰ ਤੱਕ ਬੰਦਾ ਗੁਰਮੁਖੀ ਚ ਲਿਖੇਗਾ ਤੇ ਸੱਚ ਇਹ ਵੇ ਇਹਨਾਂ 35 ਅੱਖਰਾਂ ਨੇ ਹੀ ਰਿਪੀਟ ਹੋਣਾ ਹੈ। ਮੇਰੀ ਬੇਨਤੀ ਸੁਣੋ, 35 ਚ ਲਿਖਾਂਗੇ ਨਾ, ਤੇ ਜਿੰਨਾ ਕੋਈ ਉਹਨਾਂ 35 ਅੱਖਰਾਂ ਨੂੰ ਵਾਰ-ਵਾਰ ਰਿਪੀਟ ਕਰੇਗਾ, ਦੁਹਰਾਓ ਕਰੇਗਾ, ਉਹਦੇ ਵਿੱਚੋਂ ਨਵੇਂ-ਨਵੇਂ ਸ਼ਬਦਾਂ ਦਾ ਕੋਸ਼ ਪੈਦਾ ਹੋਵੇਗਾ, ਉਹਦੀ ਵੋਕੈਬਲਰੀ ਨਿਕਲੇਗੀ। ਤੇ ਜੇ ਬੰਦਾ ਇਹ ਕਹੇ ਵੀ ਜਿਹੜਾ ਤੁਸੀਂ 35 ਅੱਖਰ ਮੈਨੂੰ ਸਿਖਾਏ ਸਨ ਛੋਟੇ ਹੁੰਦਿਆਂ, ਹੁਣ ਉਹੀ ਕਿਉਂ ਵਾਰ-ਵਾਰ ਕਹਿ ਰਹੇ ਹੋ? ਗੁਰਮੁਖੋ, 35 ਅੱਖਰਾਂ ਦਾ ਰਟਨ ਹਜ਼ਾਰਾਂ ਸ਼ਬਦਾਂ ਨੂੰ ਜਨਮ ਦਿੰਦਾ ਹੈ। ਕਿ ਇਹ ਰਟਨ ਨਹੀਂ? ਉਸ ਤੋਂ ਅਗਲੀ ਬੇਨਤੀ, ਆਪ ਜੀ ਦੇਖ ਲਓ, 26 ਅੱਖਰਾਂ ਰੋਮਨ ਚ ਪੜ੍ਹਦੇ ਹੋ ਤੁਸੀਂ, ਪਰ ਹਜ਼ਾਰਾਂ ਸ਼ਬਦ ਮੈਂ ਕਹਾਂਗਾ। ਇਹ ABCD ਜੋ ਆਪਾਂ ਪੜ੍ਹਨੇ, ਜਦੋਂ ਸ਼ਬਦ ਬਣਾਉਂਦੇ ਆ, ਇਹ ਅੱਖਰ ਹੀ ਰਟਨ ਹੋ ਰਹੇ ਨੇ ਨਾ। ਕੋਈ ਅੱਖਰ ਪਿੱਛੇ ਲੱਗ ਗਿਆ, ਕੋਈ ਅੱਗੇ ਲੱਗ ਗਿਆ, ਪਰ 26 ਘੁੰਮਦੇ ਪਏ ਨੇ ਨਾ, 35 ਘੁੰਮਦੇ ਪਏ ਨੇ। ਕੀ ਰਟਨ ਨਹੀਂ? ਇਸ ਤੋਂ ਅਗਲੀ ਬੇਨਤੀ, ਆ ਸੰਸਕ੍ਰਿਤ ਦੇ 52, ਗੁਰੂ ਸਾਹਿਬ ਨੇ 52 ਅੱਖਰੀ ਵੀ ਦਰਜ ਕੀਤੀ। ਉਹ 52 ਅੱਖਰ ਹੀ ਵਾਰ-ਵਾਰ ਰਟਨ ਹੋ ਰਹੇ ਨੇ, ਅੱਗੇ ਪਿੱਛੇ ਆ ਰਹੇ ਨੇ। ਉਹਨਾਂ ਦਾ ਰਟਨ ਕਿੰਨੇ ਸ਼ਬਦਾਂ ਨੂੰ ਜਨਮ ਦਿੰਦਾ ਹੈ। ਇੱਕ ਹੋਰ ਬੇਨਤੀ, ਮੈਂ ਸਿਰਫ ਬੇਨਤੀ ਤਾਂ ਕਰਨ ਲੱਗਾ, ਗੁਰੂ ਜੀ ਕਿਉਂ ਕਹਿੰਦੇ ਨੇ ਵਾਰ-ਵਾਰ ਤੂੰ ਜਪ, ਤੂੰ ਜਪ, ਤੂੰ ਸਿਮਰ, ਤੂੰ ਰਟ? ਗੁਰੂ ਤੇਗ ਬਹਾਦਰ ਸਾਹਿਬ ਸਾਨੂੰ ਵਾਰ-ਵਾਰ ਇੱਕੋ ਗੱਲ ਕਹਿੰਦੇ ਨੇ, ਸਮਝੋ ਸਮਝੋ, ਨਿਕਲ ਗਿਆ ਉਹ ਸਮਝ ਹੋਏ। ਇੱਥੋਂ ਤੱਕ ਕਹਿੰਦੇ ਨੇ, ਜੇ ਕੱਲ ਨਹੀਂ ਸਮਝਿਆ ਅੱਜ ਹੀ ਸਮਝ, ਸਾਲ ਬਾਅਦ ਜਾਓਗੇ ਫਿਰ ਕਹਿਣਗੇ ਅੱਜ ਹੀ ਸਮਝ। ਮੇਰੀ ਬੇਨਤੀ ਹੈ ਕਿ ਜਿਵੇਂ ਗੁਰਮੁਖੀ ਦੇ, ਅੰਗਰੇਜ਼ੀ ਦੇ, ਦੇਵਨਾਗਰੀ ਦੇ ਅੱਖਰ ਉਹ ਰਟਨ ਕੀਤੇ ਜਾਣ, ਰਿਪੀਟ ਹੋਵੇ ਜਾਂ ਦੁਹਰਾਓ ਹੋਵੇ, ਸਾਰੇ ਸ਼ਬਦ ਉਹਦੇ ਵਿੱਚ ਹੀ ਸਮਾ ਜਾਣੇ ਨੇ। ਹੁਣੇ ਭਾਈ ਸਾਹਿਬ ਕੀਰਤਨ ਕਰਕੇ ਗਏ ਆ, ਗੁਰਮੁਖਾ ਕਿਹਾ ਵੀ ਇਹ ਰਾਗ ਦਰਬਾਰ ਹੈ, ਬੜੀ ਚੰਗੀ ਗੱਲ। ਸਾਨੂੰ ਇੱਕ ਗੱਲ ਦੀ ਬੜੀ ਖੁਸ਼ੀ ਹੈ ਕਿ ਜੇ ਨਿਰਧਾਰਤ ਰਾਗ ਜੇ ਗਾਏ ਜਾਣ, ਮੇਰਾ ਵਿਸ਼ਾ ਵੈਸੇ ਕੀਰਤਨ ਨਹੀਂ, ਪਰ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ, ਕਿਉਂਕਿ ਸੰਗੀਤ ਜਿਹੜਾ ਉਹ ਪੱਥਰ ਹਿਰਦਿਆਂ ਨੂੰ ਵੀ ਪਿਘਲਾਉਣ ਵਿੱਚ ਬੜੀ ਵੱਡੀ ਸਮਰੱਥਾ ਰੱਖਦਾ ਹੈ। ਭਾਈ ਸੰਤੋਖ ਸਿੰਘ ਨੇ ਲਿਖਿਆ ਹੈ ਕਿ ਜਿਸ ਦਿਨ ਹਜ਼ੂਰ ਨੇ ਕੀਰਤਨ ਸ਼ੁਰੂ ਕੀਤਾ, ਤਰਵਰ ਤੇ ਰਸ ਨੁਚਰਨ ਲੱਗਾ। ਕਹਿੰਦਾ ਬਾਬਾ ਜੀ ਦੇ ਕੀਰਤਨ ਦੀ ਤਸੀਰ ਇੰਨੀ ਜ਼ਬਰਦਸਤ ਸੀ ਕਿ ਜਿਸ ਰੁੱਖ ਦੇ ਥੱਲੇ ਗਾਣ ਲੱਗ ਪੈਣ, ਉਹਦੇ ਪੱਤਿਆਂ ਵਿੱਚੋਂ ਵੀ ਰਸ ਚੋਣ ਲੱਗ ਪੈਂਦਾ ਹੈ। ਕਿਉਂਕਿ ਸੰਗੀਤ ਅਸਰ ਕਰਦਾ ਹੈ, ਜੜ ਚੇਤਨ ਸਭ ਤੇ ਅਸਰ ਕਰਦਾ ਹੈ। ਫਿਰ ਮੇਰੀ ਬੇਨਤੀ, ਮੈਂ ਜੜ ਸ਼ਬਦ ਵੀ ਵਰਤੇ, ਹਰ ਚੀਜ਼ ਤੇ ਜਿਹੜਾ ਇੱਕ ਥਾਂ ਤੇ ਖਲੋਤਾ ਹੈ, ਜੜ ਹੈ, ਜਿਹੜਾ ਚੱਲ ਰਿਹਾ ਚੇਤਨ, ਉਹ ਅਸਰ ਕਰਦਾ ਹੈ। ਹੁਣ ਜਦੋਂ ਰਾਗ ਗਾਏ ਜਾਣੇ ਨੇ, 31 ਰਾਗ ਕਹਿੰਦੇ ਨੇ ਗੁਰਮੁਖ ਗਾਉਣੇ ਨੇ, ਪਰ ਚੇਤੇ ਰੱਖਿਓ 31 ਰਾਗਾਂ ਵਿੱਚ ਸੁਰਾਂ ਸੱਤਾਂ ਨਹੀਂ ਕੰਮ ਕਰਨਾ। 8ਵੀਂ ਸੁਰ ਕਿਤੋਂ ਨਹੀਂ ਆਉਣੀ। ਸੁਰਾਂ ਤੇ ਸੱਤ ਹੀ ਨਾ, ਭਾਵੇਂ ਤੰਤੀ ਸਾਜ਼ ਨਾਲ ਗਾਓ ਤੇ ਭਾਵੇਂ ਵਾਜੇ ਨਾਲ ਗਾਓ, ਹਾਰਮੋਨੀਅਮ ਨਾਲ। ਸਾਰੇ ਗਾ ਮਾ ਪਾ ਦਾ ਨੀ ਸਾ, ਇਹੀ 7 ਸੁਰਾਂ ਨੇ ਨਾ। 8ਵੀਂ ਸੁਰ ਕਦੀ ਵੇਖੀ? ਪੂਰੇ ਦਾ ਪੂਰਾ ਸੰਗੀਤ, ਫੋਕ ਹੋਵੇ, ਕਲਾਸੀਕਲ ਹੋਵੇ, ਰਾਗ ਹੋਵੇ ਜਾਂ ਆਮ ਗਾਇਆ ਜਾਏ, ਜਿੰਨਾ ਵੀ ਸੰਗੀਤ ਆ ਉਹ 7 ਸੁਰਾਂ ਦਾ ਹੀ ਦੁਹਰਾਓ ਹੈ। ਕਿਤੇ ਕੋਮਲ ਲੱਗ ਗਏ, ਕਿਤੇ ਤੀਵਰ ਲੱਗ ਗਏ,
किते अगे सुर लग गई, किते पिछे लग गई, किते उच्ची लग गई, किते नीवी लग गई, पर है तो 7 सुरां दा रटन ही ना। फिर मेरी अर्ज सुनो, 7 सुरां ही रिपीट हो रही ने प्यारिओ। जे 7 सुरां दा कोई रटन करदा है ते राग दा जन्म हुंदा है। मैं बेनती करां, जे बाहर मुखी संसार विच अखरां दा रटन करदा है, उस विच ज्ञान दी पैदाइश हुंदी है। इत्थों तक आप जी गड्डियां ते चढ़ के गुरुद्वारे आयो, जे रटन ना हुंदा ते आपां इत्थे भी नहीं सी पहुंचना। मशीन भी तो रटन कर रही है, जिहड़ा इंजन है वो रटन नहीं कर रहा वार वार। इत्थों तक कि जेड़े पहिए घुमदे पे ने, यह भी रटन का एक तरीका है। धुरा खलोता हुआ है, पहिए घुमदे पे ने, टायर घूम रहे ने, ते जे टायर रटन करना बंद कर जाए, फिर जे आप कह दीजिए एक बारी जो घरों घूम ही गया, हुण क्यों घूमी जाता है, एक बार इंजन स्टार्ट हो गया क्यों सिर खाई जाता है, आवाज़ बंद करो। याद रखियो, जे मशीन का रटन भी बंद हो जाएगा तो उन्हें बिल्कुल किते नहीं जा सकना। इस तरह अध्यात्मिक जीवन है, जिन्नी देर तक बंदा रटन करेगा अंदर सच्ची मुच्ची कृपा वरतेगी, क्योंकि रटन तो बिना अंदर नाम नहीं बह सकता। इसनूं थोड़ा जिहा असीं बाणी चो देखिए तो किन्ना क रटन किया जाए, किन्ना रटन किया जाए। तो मैं आप जी नूं तकरीबन हर वारी ये बेनती करके जाना, आपो अपने तरीके ने, पर जे किसी बंदे ने हकीकत विच शब्द नूं मुहब्बत करनी है, कदी महीने विच एक दिन पूरा अमृत वेले तो लैके सारा दिन, दूजे दिन मान लो जे 4 बजे शुरू किया, दूजे अमृत वेले 4 बजे तक, पर यह नहीं तन नूं तंग करना है, नींद आए सौ जाए। सच ये 24 घंटिया में 24 छड्डो 12 घंटे अपने कमरे च बैठ के कदी जप करके देखो गुरमुखो, एक तो मनी राम के दर्शन हो जाएंगे। आ जिहड़ा मनुआ है ना, ये उंज को नहीं दिसदा, चलाक बड़ा, ये भज्जा फिरदा, लकाई फिरदा, पर्दे थले जिउंदा है, ते जदों बंदा जप करदा देख के कपड़ा ये तो उतरदा है। सच्ची मुच्ची उदों नगन हुंदा है मनुआ, ये पता लग जाता भी ये अंदर की ख्याल ने, की सोचदा है, की कुछ वेखदा है। ते जे किते उस वेले कोल कापी रख के दियां करतूतां नाल लिखी जाइए, तो दूजे दिन आपां कापी साड़ देंगे, क्योंकि अपना लिखिया नहीं पढ़िया जाना, मन भी चलदा की प्यार है। मैं सब की गल नहीं करांगा, पर ज़्यादातर मेरी आपनूं बेनती है, गुरु ग्रंथ साहिब की अमृत बाणी च हजूर ने जो रटन की गल की, आप जपजी साहिब च पढ़ते हो, क्योंकि गुरु तेग बहादुर कह रहे हैं, तू जाप होए, तू सिमर होए। तो एक गल होर कि कई बार असीं कहने हैं, क्योंकि असीं भी कहते रहे हैं भी जीव नाल वैगुरू वैगुरू करिया कुछ नहीं होना, जे खंड खंड कही जाओगे, भाई साहब ने क्या वो किसी होर संदर्भ च है भी जे खंड खंड कही जाओगे तो स्वाद थोड़ा आ जाना, तो आप कहेंगे वाकई लॉजिक है, जे खंड खंड खांगे मुँह थोड़ा मिठा हो जाना है। पर मैं एक बेनती करांगा, खंड बॉडी तो वखरा पदार्थ है, खंड बॉडी का पदार्थ तो नहीं ना, तन का पदार्थ तो नहीं। खंड जिहड़ी है वो बाहरों है, बनी है, गन्ने चों निकली है, पर वैगुरू शब्द जिहड़ा उहनूं खंड नाल तुलना ना दईए, क्योंकि वैगुरू साडे धुर अंदर आप समाया होया है। सच एवे उस मिठे ने साडे तन विचों ही पैदा होना है। फिर मेरी बेनती, मैं गल दोहरान लगा कि असीं खंड बाहरों लैने आ, पर वैगुरू तां बाहर दी खेड ही नहीं। वैगुरू तां साडे अंदर ने, परमेश्वर जी अंदर ने। जिस दिन अंदर दिसे उस दिन ही बाहर दिसने ने। जिहड़ा बंदा कहंदा मैं बाहरों सब थां रब नूं वेखना, ते अपना अंदर कठोर पत्थर की तरह नहीं, प्यारिओ बाहरों उहनूं दिसदा जिन्हें अंदरों देखिया है। इसे करके गुरु जी ने क्या घर सुख वसिया, बाहर सुख पाया। पहला घर है, महाराज ने शब्द वरते, सो अंतर, वो अंदर है साडे विच है। पर मैं आप नूं बेनती करांगा, गुरु साहब ने परमात्मा दे घर नूं स्टैप किहड़े आ, किहड़ियां पौड़ियां चढ़ीए, वो आप जी रोज़ पाठ कर दिओ। एक दू जीवो लख होवें, इन्ना रटन कर। एक दू जीवो लख होवें, लख होवें लखवीस, लख लख गेड़ा आखियां एक नाम जगदीश। ए तरह पत पवड़ियां चढ़िया होए 21। हुण इह किते भी सतगुरु ने रटन का खंडन नहीं किया, भावां कि टीकाकारां ने इस पौड़ी नूं रटन के खंडन विचों लिया कईयां ने भी जे इन्नियां भी तू जप लै तां भी नहीं पहुँच सकदा। नहीं,
महाराज कहते एक जीव तो लख, लख तो 20 लाख, ते 20 लाख जीव नाल एक एक जीव नाल लख लख वार, लख लख गेड़ा, गेड़ा दरथे वार वार रिपीट कर, रटन कर, इन्नी बंदगी करेगा प्यारिया। ये रब दे घर जाण वालियां पौड़ियां दे स्टैप ने, इस तरह चढ़ तू। हुण इत्थे एक सवाल है जी, ते इन्ना जप हो सकदा? ये अत कथनी ने, एक तो लख, लख तो 20 लाख, 20 लाख तो एक एक नाल, एक एक जीव नाल लख लख वारी। सीधे जा पाठ अर्थ ने जी, एक दू जीवो लाखों हैं, लाखों में लखवीस, लख लख गेड़ा आखियां, एक नाम जगदीश, ए तरह पत पवड़ियां चढ़िया होए 21, 21 एक में हो जाएगा। हाँ प्यारिओ, जपण वाले गुरमुखां ने जो अर्थ किए, वो कहते जीव एक ही है। जदों सिमरन चलन लग पैंदा गुरमुखो, जिन्ने सिमरन करन वाले दे तन दे रोम ने, सच एवे एक एक रोम भी जीवा बन जाता है। ते जिस दे अंदर रोम रोम सिमरन चलन लग पे, हकीकत एवे ओदी एक जीव तो लखां जीवां वाला काम हो जाता है। फिर बेनती है इसनूं भाई साहब, भाई नंद लाल साहब जी ने गुरु गोबिंद सिंह जी नूं बेनती की। उन्हां दा जिंदगी नामे च एक शेर है, हर सरे मुयम जुबां कुन अज करम। हे गुरु गोबिंद सिंह, मेरे ते एक बख्शिश करो, एक मेरे ते कर्म करो। जिन्ने मेरे तन दे मूवे ने, ते मूवे आपां कहने आ फारसी विच केसां नूं, गुरु साहब ने शब्द भाई साहब ने तो वरत्या, भाई नंद लाल जी गुरु नानक साहब ने वरत्या, मम सर मूवे अजराइल गिरफ्ते। मूवे का अर्थ है केश। उत्थे है कि हे सतगुरु, जिन्ने मेरे वाल ने, जिन्ने मेरे रोम ने, इसे करके गुरु साहब कहते सिखा रोम कटने बंदगी करन वालियां, जे ते जीव ना कट रब नूं जपण वाली। हर सरे मुयूम जुबां कुन अज करम, ताब होयो वसव हाकरा दम बदम। मैं दम बदम तेरी भगती करा, एक जीव नाल गल नहीं बनती, मेरे रोम रोम विचों जीव ला के नाम जपण दी समर्था दे। इस तो अगली बेनती करके असी इस बचन वाल आवांगे, क्योंकि रटन है। पहला क्या राम सिमर यह तेरा काज है, अज कह दिता राम भज जन्म सिरात है। क्यों है रटन? एक शब्द आप सारे पढ़ते हो, राग सूही विच पहला ही शब्द है, ਉਹਦੇ ਵਿੱਚ भी रटन का जिक्र है। पहला शब्द ਜਿਹੜਾ, तो मैं एक बार इत्थे आप ਨੂੰ बेनती ਕੀਤੀ ਸੀ कि ਜਿਹੜਾ सूही राग है ना, ये सुहागणा का राग है। सुहागणा का राग है सूही राग। ये मिलाप का राग है। इस विच मिलन का जिक्र है, विछोड़े का नहीं। इसे करके सूही राग विच ही लावां ने, सूही राग विच ही कड़वाई का शब्द है, सूही राग दे विच ही खम कर साजन आए है। ये सारे शब्द ने। ये सूही राग जिहड़ा, इहदे विच ही धन पिर ए ना आखियां बह नहीं इकट्ठे होए, सुहागणा का मिलाप का है। हुण उस पहले शब्द विच बाबा जी ने जिहड़ी उदाहरण दित्ती, वो भी रटन है। शब्द है, पाठ आप नूं चेते है, भांडा धोए बैस धूप देवो, तो दूध है को जावो। सीधे अर्थ ने भांडा धोवो। तो यह भी अर्थ मैं फिर अर्ज करांगा, 5-7 साल 10 अपनी पीढ़ी वेख लैगी, जिहड़ी इत्थे वे पीढ़ी अगां उन्होंने भी समझाने लई आ तां जे प्रोजैक्टर लाए ने ना भी शब्द समझ पै जाए। ये भांडा धोए, ये भी सिखाना पैना फोटोआं ला ला के, क्योंकि वो चीज़ां वरतों च नहीं आ रही। मैं एक दिन अर्ज की सी, 2 भांडे वरदियां सन माइयां अपने घरां च बीबियां। एक भांडा काढ़नी हुंदी सी, काढ़नी साडे कहंदी जी, ते दुध काढ़ी दा सी, ते एक चाटी हुंदी सी जे ते दुध रिड़की दा हुंदा सी। 2 गए ना। काढ़नी साडे बाहर च कहंदे काढ़नी, कि दुध नूं मिट्टी दे उस भांडे च पा देना, ते थल्ले गोहियां दी अग ला देनी, ते सारा दिन धूं निकली जांदा सी। निम्मी निम्मी जिहड़ी अग है, वो सेक नाल दुध सारा दिन कड़ी जांदा सी, ते वो जिहड़ी काढ़नी सी ना, उहदा रंग काला छा हो जांदा सी। हुण उस काढ़नी च दुध काढ़िया ते रात नूं जाग ला दित्ती। पर जदों किते किसे दिन सवेरे दुध नहीं सी जमदा, ते बीबियां कहंदियां सन, अज चाटी नूं चंगी तरह धो के धूणी दिओ। उत्थे वै धूप देवो दा अर्थ धुप कीता, ते
ਤੇ ਮੈਂ ਸੋਚਣਾ ਵੀ ਧੂਪ ਦੇਵੋ ਦਾ ਅਰਥ ਆ ਪੂਜਾ ਵਾਲਾ ਨਹੀਂ। ਉਸ ਵਕਤ ਬੀਬੀਆਂ ਭੱਖ ਦੀ ਕੋਈ ਅੰਗਿਆਰੀ ਲੈ ਕੇ ਉੱਤੇ ਲਾਲ ਮਿਰਚਾਂ ਪਾ ਕੇ ਜਾਂ ਗੁੱਗਲ ਪਾ ਕੇ ਉਹਦੇ ਤੇ ਚਾਟੀ ਮੂਧੀ ਮਾਰ ਦਿੰਦੀਆਂ ਸਨ। ਦੁੱਧ ਨਹੀਂ ਜੰਮਿਆ ਤਾਂ, ਕਿਉਂਕਿ ਜਿਹੜੇ ਜ਼ਿਰਮ, ਜਿਹੜੇ ਬੈਕਟੀਰੀਆ ਦੁੱਧ ਨਹੀਂ ਸੀ ਜਨਮ ਦਿੰਦਾ, ਉਹ ਸਾਰੇ ਮਰ ਜਾਂਦੇ ਸਨ। ਗੁਰੂ ਜੀ ਕਹਿੰਦੇ ਆ ਪਹਿਲਾਂ ਜੇ ਨਾਮ ਜਪਣਾ ਤੇ ਅੰਦਰ ਵਾਲਾ ਭਾਂਡਾ ਧੋ। ਫਿਰ ਬੇਨਤੀ, ਭਾਂਡਾ ਧੋਏ, ਆ ਸਰੀਰ ਭਾਂਡਾ ਧੋ, ਕੀ ਧੋ ਬਈ? ਇਹ ਐਵੇਂ ਤੇ ਨਹੀਂ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਕੋਈ ਖਿਆਲੀ ਉਡਾਰੀਆਂ ਥੋੜਾ ਨੇ। ਜੋ ਸਤਿਗੁਰਾਂ ਨੇ ਬਾਣੀ ਚ ਕਿਹਾ ਉਹ ਪ੍ਰੈਕਟੀਕਲ ਕਮਾਇਆ, ਉਹਨਾਂ ਦੇ ਗੁਰਸਿੱਖਾਂ ਨੇ ਕਮਾਇਆ। ਆਹ ਭਾਂਡਾ ਹੈ ਮੈਲਾ, ਇਹਨੇ ਧੁਪਣਾ ਕੋਈ ਨਹੀਂ ਪਾਣੀ ਦੇ ਨਾਲ। ਇਹਨੂੰ ਸਿਰਫ ਧੋ ਸਕਦਾ ਗੁਰੂ ਦਾ ਨਾਮ, ਨਾਮ ਤੋਂ ਬਿਨਾ ਧੁੱਪਦਾ ਹੀ ਨਹੀਂ। ਤੇ ਸੱਚ ਇਹ ਵੇ ਕਿ ਅੰਦਰ ਇਹਦੇ ਚ ਇੱਕ ਹੋਰ ਪਿਆ ਹੈ, ਬਾਹਰੋਂ ਜਿਸਮ ਤਾਂ ਧੁੱਪ ਜਾਏਗਾ, ਅੱਖਾਂ ਧੋ ਲਾਂਗੇ, ਕੰਨ ਸਾਫ਼ ਕਰ ਲਾਂਗੇ, ਨੱਕ ਸਾਫ਼ ਲੋਕੀ ਕਰ ਲੈਂਦੇ, ਇਹਨੇ ਪੁੱਛੋ ਕੁਝ ਨਾ, ਨਹੁੰ ਕਿੰਨੇ ਸਾਫ਼ ਕਰਦੇ ਆ। ਪਰ ਇੰਨੀ ਸਫਾਈ ਹੋਣ ਦੇ ਬਾਵਜੂਦ ਸਾਰੇ ਅੰਗ ਮੈਲੇ ਦੇ ਮੈਲੀ ਨੇ। ਅੱਖਾਂ ਮੈਲੀਆਂ, ਕੰਨ ਮੈਲੇ, ਜੀਭ ਮੈਲੀ, ਇੰਦਰੀਆਂ ਮੈਲੀਆਂ। ਕਿਉਂ? ਕਿਉਂਕਿ ਜਿਹਦੇ ਨਾਲ ਜੁੜੀਆਂ ਨੇ ਉਹ ਅੱਤ ਦਾ ਮੈਲਾ ਹੈ। ਮਨ ਮੈਲਾ, ਸਭ ਕੁਝ ਮੈਲਾ। ਹੁਣ ਇੱਥੇ ਸਭ ਤੋਂ ਵੱਡੀ, ਮੈਂ ਆਪਣੀ ਗੱਲ ਕਰਾਂਗਾ, ਬੰਦੇ ਦੀ ਸਭ ਤੋਂ ਵੱਡੀ ਮੁਸ਼ਕਲ ਹੈ ਮਨ। ਮਨ ਦੀ ਗੱਲ ਛੇਤੀ ਹੋ ਨਹੀਂ ਰਹੀ। ਅੱਜ ਵੀ ਤੁਸੀਂ ਦੇਖੋਗੇ ਗੁਰਦੁਆਰਾ ਸਾਹਿਬ ਦੇ ਸਾਡੇ ਕੀਰਤਨ ਹੁੰਦੇ ਨੇ, ਕਥਾ ਹੁੰਦੀ ਹੈ, ਪਾਠ ਹੋਇਆ, ਮਰਨੇ ਪਰਨੇ ਨੇ, ਪਰ ਕਦੀ ਉਹ ਕਲਾਸ ਤੇ ਨਹੀਂ ਨਾ ਜਿਹਦੇ ਵਿੱਚ ਬੱਚੇ ਨੂੰ ਕਿਤੇ 15-20 ਮਿੰਟ ਦੱਸਿਆ ਜਾਏ ਤੇਰਾ ਮਨ ਦੀ ਭਟਕਣਾ ਕੀ ਹੈ, ਕਿਉਂ ਭਟਕਦਾ ਹੈ, ਤੂੰ ਦੱਸ ਤੇਰਾ ਮਨ ਜਾਂਦਾ ਕਿੱਥੇ ਹੈ। ਕਿਉਂਕਿ ਉਹਦੇ ਵਾਸਤੇ ਦੱਸਣ ਲਈ ਵੀ ਆਪਣੀ ਕਮਾਈ ਚਾਹੀਦੀ ਹੈ। ਸ਼ਬਦ ਤਾਂ ਮੈਂ ਹੀ ਬੋਲ ਦਿਆਂਗਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ। ਫਿਰ ਮੇਰੀ ਬੇਨਤੀ ਜੇ, ਯਾਦ ਰੱਖਿਓ, ਖੱਬੇ ਸੱਜੇ ਜਾਣ ਦੀ ਕੋਈ ਲੋੜ ਨਹੀਂ। ਜਿੰਨੀ ਕੁ ਮੈਨੂੰ ਪੜਨ ਦਾ ਮੌਕਾ ਮਿਲਿਆ, ਮੈਂ ਹੰਕਾਰ ਨਾਲ ਨਹੀਂ ਕਹਿੰਦਾ, ਸੱਚ ਇਹ ਵੇ ਗੁਰੂ ਗ੍ਰੰਥ ਸਾਹਿਬ ਵਿੱਚ ਜਿੰਨੀ ਰੂਹਾਨੀਅਤ ਹੈ, ਯਾਦ ਰੱਖਿਓ ਇੰਨੀ ਰੂਹਾਨੀਅਤ ਦੁਨੀਆ ਦੇ ਕਿਸੇ ਗ੍ਰੰਥ ਵਿੱਚੋਂ ਨਹੀਂ ਮਿਲ ਸਕੇਗੀ ਜੋ ਗੁਰੂ ਗ੍ਰੰਥ ਸਾਹਿਬ 'ਚ ਹੈ। ਪਰ ਇਹਦਾ ਮਤਲਬ ਇਹ ਨਹੀਂ ਕਿ ਸਿੱਖ ਕਹਿੰਦੇ ਹੁਣ ਭਾਈ ਗੁਰਮੁਖ ਕਹਿ ਰਹੇ ਸਨ ਸੰਪੂਰਨਤਾ ਦਿਵਸ ਹੈ। ਮੈਂ ਬੇਨਤੀ ਕਰਾਂਗਾ ਸ਼ਾਇਦ ਐਸੇ ਐਤਵਾਰੀ ਦੇਖੋ, ਇੱਥੇ ਰੂਹਾਨੀਅਤ ਨੂੰ ਇਹ ਨਹੀਂ ਕਿਹਾ ਵੀ ਸਾਡੇ ਤੋਂ ਸ਼ੁਰੂ ਹੋਈ, ਤੇ ਇਹ ਵੀ ਨਹੀਂ ਕਿਹਾ ਸਾਡੇ ਤੇ ਮੁੱਕ ਜਾਣੀ ਹੈ। ਸਾਡੇ ਤੋਂ ਬਾਬਾ ਜੀ ਨੇ ਕਿਤੇ ਕਿਹਾ ਜੀ ਮੇਰੇ ਤੋਂ ਪਹਿਲਾਂ ਨਾਮ ਕੋਈ ਨਹੀਂ। ਮੈਂ ਆਪ ਨੂੰ ਕਿਹਾ ਸੀ ਬਾਬਾ ਜੀ ਤੇ ਸ਼ੁਰੂਆਤ ਹੀ ਬਾਣੀ ਦੇ ਤੋਂ ਕਰਦੇ ਨੇ, ਆਦ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਜਿਸ ਰੂਹਾਨੀਅਤ ਦੀ ਬਾਤ ਗੁਰੂ ਨਾਨਕ ਸਾਹਿਬ ਕਰਦੇ ਨੇ, ਕਈ ਵਾਰੀ ਆਪ ਨੂੰ ਕਿਹਾ ਉਸ ਤੋਂ 300 ਸਾਲ ਪਹਿਲਾਂ ਹਜ਼ੂਰ ਤੋਂ ਭਗਤ ਜੈ ਦੇਵ ਰੂਹਾਨੀਅਤ ਦੀ ਬਾਤ ਕਰਕੇ ਗਏ ਆ। ਬਾਣੀ ਕਿਤੇ ਇੱਕ ਯੁੱਗ 'ਚ ਜੀ, ਬਾਣੀ ਵੱਜੀ 4 ਜੁਗੀ, ਉਹ 4 ਯੁੱਗਾਂ 'ਚ ਬਾਣੀ ਰਹਿੰਦੀ ਹੈ। ਗੁਰਮਖੋ ਇਹਨੂੰ ਥੋੜਾ ਜਿਹਾ ਮੇਰੀ ਬੇਨਤੀ ਨੂੰ ਫਿਰ ਸੁਣਿਓ ਵਿਸ਼ਾਲਤਾ ਨਾਲ। ਭਾਈ ਸਾਹਿਬ ਕਹਿੰਦੇ ਨੇ ਜਦੋਂ ਰਾਜਾ ਹਰੀਸ਼ ਚੰਦਰ ਹੈ ਉਦੋਂ ਵੀ ਬਾਣੀ ਹੈ। ਸੁਖ ਰਾਜੇ ਹਰਿਚੰਦ ਕਰ ਨਾਰ ਸੁਤਾਰਾ ਲੋਚਨ ਰਾਣੀ, ਸਾਧ ਸੰਗਤ ਮਿਲ ਗਾਮਦੇ ਰਾਤੀ ਜਾਏ ਸੁਣੇ ਗੁਰਬਾਣੀ, ਉਦੋਂ ਵੀ ਬਾਣੀ ਹੈ। ਤੇ ਨਾਲੇ ਇਹ ਜਿਹੜੀ ਬਾਣੀ ਹੈ ਜਿਹੜੀ ਆਪਾਂ ਸਾਰੇ ਪੜ੍ਹ ਰਹੇ ਹਾਂ, ਰੋਜ਼ ਕਥਾ ਕਰਨੇ ਆ, ਇਹ ਡਰਾਇੰਗ ਰੂਮ 'ਚ ਬਹਿ ਕੇ ਕਿਤਾਬਾਂ ਪੜ੍ਹ ਕੇ ਨਹੀਂ ਲਿਖੀ ਗਈ। ਇਹ ਤੇ ਉਹਨਾਂ ਅੰਦਰ ਉਤਰੀ ਜਿਹੜੇ ਇੱਕ ਅੱਖਰ ਵੀ ਨਹੀਂ ਪੜਨ ਗਏ। ਕਬੀਰ ਸਾਹਿਬ ਇੱਕ ਅੱਖਰ ਨਹੀਂ ਪੜਨ ਗਏ, ਰਵਿਦਾਸ ਜੀ ਇੱਕ ਅੱਖਰ ਨਹੀਂ। ਸਾਡੀ ਅਸੀਂ ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਗੱਲ ਕਰਨੇ ਆ, ਗੁਰੂ ਨਾਨਕ ਸਾਹਿਬ ਦੇ ਉਸਤਾਦਾਂ ਦਾ ਜ਼ਿਕਰ ਕਰਾਂਗੇ, ਗੁਰੂ ਗੋਬਿੰਦ ਸਿੰਘ ਦੇ ਉਸਤਾਦਾਂ ਦਾ ਜ਼ਿਕਰ ਕਰਾਂਗੇ। ਅੱਜ ਤੱਕ ਕਿਸੇ ਨੇ ਗੁਰੂ ਰਾਮਦਾਸ ਦੇ ਉਸਤਾਦਾਂ ਦਾ ਜ਼ਿਕਰ ਨਹੀਂ ਕੀਤਾ। ਗੁਰਮੁਖੋ ਬਾਣੀ ਕਿੱਥੋਂ ਆਈ? ਬਾਬਾ ਜੀ ਨੇ ਕਿਹਾ ਇਹ ਬਾਣੀ ਆਈ ਕਿਵੇਂ? ਅੰਮ੍ਰਿਤ ਬਾਣੀ ਤਤ ਵਖਾਣੀ, ਗਿਆਨ ਧਿਆਨ ਵਿੱਚ ਆਈ। ਗੁਰਮੁਖੋ ਕੇਵਲ ਬੋਧਕ ਤਲ ਨਹੀਂ, ਗਿਆਨ ਧਿਆਨ ਵਿੱਚ ਆਈ। ਧਿਆਨ ਜੋੜ ਕੇ, ਸ਼ਬਦ ਵੀ ਜੁੜ ਕੇ ਜਿਹੜਾ ਰੱਬੀ ਗਿਆਨ ਅੰਦਰ ਪੈਦਾ ਹੋਇਆ ਪਿਆਰਿਓ, ਉਹਨੂੰ ਅੱਖਰਾਂ ਦਾ ਰੂਪ ਦਿੱਤਾ, ਉਹ ਹੀ ਬਾਣੀ ਹੈ। ਸਤਿਗੁਰਾਂ ਨੇ ਬਖਸ਼ਿਸ਼ ਕੀਤੀ। ਮੈਂ ਫਿਰ ਆਪ ਨੂੰ ਬੇਨਤੀ ਕਰਾਂਗਾ, ਇਹ ਭਾਂਡਾ ਕਿਵੇਂ ਧੁਪੇ? ਗੱਲ ਚੱਲਦੀ ਪਈ ਰਟਨ ਦੀ, ਥੋੜਾ ਜਿਹਾ ਮੈਂ ਨਿਕਲਿਆ ਵਿਸ਼ੇ ਚੋਂ ਵੀ ਇਹ ਭਾਂਡਾ ਕਿਵੇਂ ਧੁਪੇ। ਬਾਹਰ ਤੋਂ ਨਾਲ ਨਹੀਂ, ਕਿਉਂਕਿ ਖਿਆਲ ਨੂੰ ਖਿਆਲ ਹੀ ਧੋਂਦਾ ਹੁੰਦਾ ਹੈ।
ਵਿਚਾਰ ਨੂੰ ਵਿਚਾਰ ਹੀ ਪ੍ਰਭਾਵਿਤ ਕਰਦਾ ਹੈ। ਕਈ ਵਾਰੀ ਬੰਦਾ ਕਹਿੰਦਾ ਮੇਰੇ ਆਹ ਵਿਚਾਰ ਸਨ, ਅੱਜ ਮੇਰੇ ਆਹ ਹੋ ਗਏ। ਕਿਉਂ? ਕਿਉਂਕਿ ਵਿਚਾਰ ਤਾਂ ਚੇਂਜ ਹੋ ਗਏ, ਉਹਦੇ ਵਿਚਾਰਾਂ ਤੋਂ ਕੋਈ ਉੱਚਾ ਵਿਚਾਰ ਉਹਨੂੰ ਪ੍ਰਭਾਵਿਤ ਕਰ ਗਿਆ, ਤਬਦੀਲ ਹੋ ਗਿਆ, ਖਿਆਲ ਬਦਲ ਗਏ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ, ਆਹ ਜਿਹੜਾ ਭਾਂਡਾ ਹੈ ਨਾ, ਇਹਨੂੰ ਧੋਣ ਦਾ ਇੱਕੋ ਤਰੀਕਾ ਹੈ, ਬਾਣੀ ਬਾਣੀ ਬਾਣੀ। ਇਹ ਬਾਣੀ ਤੋਂ ਬਿਨਾ ਮਨ ਨਹੀਂ ਧੁੱਪਦਾ। ਇਸੇ ਕਰਕੇ ਗੁਰੂ ਸਾਹਿਬ ਨੇ ਸੂਈ ਰਾਗ 'ਚ ਘੋਰ ਕੇ ਭਾਂਡਾ ਅਤ ਮਲੀਨ ਧੋਤਾ ਹੱਛਾਂ ਨਾ ਹੋਏ ਸੀ। ਤੇ ਪਹਿਲੇ ਸ਼ਬਦ ਕਹਿ ਰਹੇ ਨੇ ਭਾਂਡਾ ਧੋਏ ਬੈਸ ਧੂਪ ਦੇਵੋ। ਭਾਂਡਾ ਅਤ ਮਲੀਨ ਧੋਤਾ ਹੱਛਾਂ ਨਾ ਹੋਏ ਸੀ। ਉਹਦੇ ਵਿੱਚ ਇੱਕ ਬਚਨ ਹੈ, ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਏਤ ਦੁਆਰਾ ਧੋਏ ਖੱਛਾ ਹੋਏ ਸੀ। ਇਸ ਦਰ ਤੇ ਮੈਂ ਆਪ ਨੂੰ ਫਿਰ ਬੇਨਤੀ ਕਰਾਂ, ਉਹਦੇ ਵਿੱਚ ਇੱਕ ਰਟਨ ਹੈ, ਭਾਂਡਾ ਧੋਏ ਬੈਸ ਧੂਪ ਦੇਵੋ ਤਉ ਦੁੱਧ ਕੋ ਜਾਵੋ। ਦੁੱਧ ਕਰਮ ਫੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵੋ। ਅੱਗੇ ਮਹਾਰਾਜ ਕਹਿੰਦੇ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਹੁਣ ਅੱਗੇ ਪਿਆਰਿਓ ਰਟਨ ਆ ਗਿਆ, ਇਹ ਰਟਨ ਹੈ ਅੱਗੇ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਇਹ ਮਨ ਈਟੀ ਖਾਤ ਕਰੋ। ਇੱਟੀਆਂ ਗੁੱਲੀਆਂ ਲੱਕੜ ਦੀਆਂ, ਜਦੋਂ ਦੁੱਧ ਜੰਮ ਜਾਂਦਾ ਸੀ, ਦਹੀਂ ਬਣ ਗਿਆ, ਤੇ ਬੀਬੀ ਉਹਦੇ 'ਚ ਮਧਾਣੀ ਪਾਉਂਦੀ ਸੀ, ਲੱਕੜ ਦਾ ਫੁੱਲ ਹੈ, ਤੇ ਉਸ ਲੱਕੜ ਦੇ ਫੁੱਲ ਨੂੰ ਖੱਬੇ ਸੱਜੇ ਕਮਾਉਣ ਲਈ ਰਟਣੀ ਹੈ ਨਾ ਜੀ। ਕਦੀ ਫੁੱਲ ਖੱਬੇ ਜਾਂਦਾ, ਕਦੀ ਫੁੱਲ ਸੀ ਜੀ ਹੁੰਦਾ ਜਿਹੜੀ ਮਧਾਣੀ ਦਾ, ਤੇ ਉਹ ਹੱਥ 'ਚ ਇੱਟੀਆਂ ਪਕੜਦੀਆਂ ਸਨ, ਜਿਹੜੀਆਂ ਨੇਤਰੇ ਨਾਲ ਵੱਜੀਆਂ ਸਨ ਰੱਸੀ ਨਾਲ, ਉਹ ਖਿੱਚਦੀ ਸੀ ਖੱਬੇ ਸੱਜੇ। ਕਦੀ ਕਿਸੇ ਨੇ ਕਿਹਾ ਸੀ, ਮਾਂ ਇਹ ਤੂੰ ਵਾਰ-ਵਾਰ ਕਿਉਂ ਕਰੀ ਜਾਨੀ ਹੈ, ਬਾਹਾਂ ਨੂੰ ਹਲਾਈ ਕਿਉਂ ਜਾਨੀ, ਛੱਡ ਪਰਾਂ। ਉਹ ਰਟਨ ਨਹੀਂ ਕਿ ਜਦੋਂ ਉਹ ਫੁੱਲ ਦੋਹਾਂ ਪਾਸੇ ਘੁੰਮਦਾ ਖੱਬੇ ਸੱਜੇ, ਉਹ ਰਟਨ ਨਹੀਂ। ਹੱਥਾਂ ਨਾਲ ਪਕੜੀਆਂ ਹੋਈਆਂ ਇੱਟੀਆਂ ਵਾਰ-ਵਾਰ ਖੱਬੇ ਸੱਜੇ ਕਰੋ, ਰਟਨ ਹੈ। ਮਧਾਣੀ ਦਾ ਫੁੱਲ ਖੱਬੇ ਸੱਜੇ ਹੋਵੇ, ਅੰਦਰ ਘੁੰਮੇ, ਉਹ ਰਟਨ ਹੈ। ਉਹਦੇ ਰਟਨ ਦੇ ਵਿੱਚੋਂ ਜੰਮੇ ਹੋਏ ਦਹੀਂ ਵਿੱਚੋਂ ਮੱਖਣ ਨਿਕਲ ਆਉਂਦਾ ਹੈ। ਪਿਆਰਿਓ, ਅੰਦਰ ਟਿਕਿਆ ਹੋਵੇ, ਗੁਰੂ ਮੰਤਰ ਦੀ ਦਾਤ ਗੁਰੂ ਨੇ ਦਿੱਤੀ ਹੋਵੇ, ਰਸਨਾ ਦੀ ਮਧਾਣੀ ਜਦੋਂ ਵਾਰ ਵਾਹਿਗੁਰੂ ਵਾਹਿਗੁਰੂ ਕਹੇਗੀ, ਇਹਦੇ ਅੰਦਰੋਂ ਅੰਮ੍ਰਿਤ ਪ੍ਰਗਟ ਹੋ ਜਾਏਗਾ। ਇਹ ਰਟਨ ਹੈ। ਮਹਾਰਾਜ ਕਹਿੰਦੇ ਨੇ, ਇਹ ਮਨ ਈਟੀ ਖਾਤ ਕਰੋ ਫੁਨ ਨੇਤਰੋ ਨੀਂਦ ਨਾ ਆਵੇ। ਰਸਨਾ ਨਾਮ ਜਪੋ ਤਬ ਮਥੀਐ ਇਨ ਬਿਦ ਅੰਮ੍ਰਿਤ ਪਾਵੋ। ਤਾਂ ਸਤਿਗੁਰੂ ਕਹਿੰਦੇ ਨੇ, ਵਾਰ-ਵਾਰ ਤੂੰ ਜਪ, ਵਾਰ-ਵਾਰ ਤੂੰ ਰਟਨ ਕਰ। ਇਸ ਰਟਨ ਦਾ ਕੋਈ ਅਰਥ ਹੈ, ਇਹਦਾ ਕੋਈ ਭਾਵ ਹੈ। ਇਸੇ ਕਰਕੇ ਸਤਿਗੁਰਾਂ ਨੇ ਕੱਲ ਕਿਹਾ ਸੀ, ਰਾਮ ਸਿਮਰ ਇਹ ਹੈ ਤੇਰਾ ਕਾਜ ਹੈ। ਥੋੜੇ ਜਿਹੇ ਅਰਥ ਵੇਖ ਲਈ, ਕਿਉਂ ਕਿਸੇ ਨਾਲ ਲੜੀ ਜੁੜਨੀ ਅਗਲੇ ਸ਼ਬਦ ਦੀ। ਮਹਾਰਾਜ ਕਹਿੰਦੇ ਨੇ ਤੇਰੇ ਕੰਮ ਇਹੀ ਆਉਣਾ। ਕੱਲ ਮੈਂ ਕਿਹਾ ਬਾਕੀ ਕਿਸੇ ਚੀਜ਼ ਨਹੀਂ। ਹਜ਼ੂਰ ਕਹਿੰਦੇ ਨਾ, ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਉਹਾ ਨਾਮ ਤੇਰਾ ਸੰਗ ਸਹਾਈ। ਤੇਰਾ ਕਾਜ ਹੈ। ਜੈ ਮਹਾ ਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰਾ ਚੱਲੈ। ਹੋਰ ਕਿਥੇ ਨਹੀਂ ਕੰਮ ਆਉਣਾ। ਵੈਦੋ ਨਾ ਵਾਈ, ਭੈਣੋ ਨਾ ਭਾਈ, ਏਕੋ ਸਹਾਈ ਰਾਮ ਹੈ। ਰਾਮ ਸਿਮਰ ਇਹ ਤੇਰੇ ਕਾਜ ਹੈ। ਏਕੋ ਸਹਾਈ ਰਾਮ ਹੈ, ਰਾਮ ਹੈ। ਮਹਾਰਾਜ ਕਹਿੰਦੇ ਨੇ, ਐਸੋ ਸਹਾਈ ਹਰ ਕੋ ਨਾਮ, ਸਾਧ ਸੰਗਤ ਭਜ ਪੂਰਨ ਕਾਮ। ਬੂढ़त को जैसे बेड़ी मिलत, बूझत दीपक मिलत तिलत, जलत अग्नि मिलत नीर, जैसे बारक मुखै खीर। ਇਹ ਤੇਰਾ ਕਾਜ ਹੈ। ਜਿਵੇਂ ਸੜਦੇ ਹੋਏ ਨੂੰ ਪਾਣੀ, ਜਿਵੇਂ ਰੋਂਦੇ ਬੱਚੇ ਨੂੰ ਮਾਂ ਦਾ ਦੁੱਧ, ਸੱਚ ਐਵੇਂ ਜਿਵੇਂ ਪਿਆਸੇ ਬੰਦੇ ਨੂੰ ਨੀਰ। ਮਹਾਰਾਜ ਕਹਿੰਦੇ ਨੇ, ਤੂੰ ਸਿਮਰਨ ਕਰ, ਇਹ ਤੇਰੇ ਕੰਮ ਆਉਣਾ ਹੀ। ਤੇ ਮਹਾਰਾਜ ਇਹ ਕੰਮ ਆਉਣਾ ਜੋ ਕੁਝ ਮੈਂ ਇਕੱਠਾ ਕਰੀ ਬੈਠਾ। ਬਾਬਾ ਜੀ ਨੇ ਫਿਰ ਕੱਲ ਕਿਹਾ, ਕਿਉਂਕਿ ਕੱਲ ਅਰਥ ਬੜੇ ਸੰਖੇਪ ਹੋਏ ਸਨ, ਮਾਇਆ ਕੋ ਸੰਗ ਤਿਆਗ। ਤੇ ਮੈਂ ਕੱਲ ਕਿਹਾ ਸੀ, ਹਰ ਉਹ ਫੁਰਨਾ, ਇਹਨੂੰ ਮੈਂ ਕਰੰਸੀ ਨਹੀਂ ਕੇਵਲ ਆਪਾਂ, ਮੈਂ ਬੜੀ ਵਾਰੀ ਕਿਹਾ ਕਿ ਅਸਲ 'ਚ ਨਾ ਜਿਹੜੀ ਮਾਇਆ ਸੰਬੰਧੀ ਹੈ, ਗੁਰਮਤ ਦਾ ਨਜ਼ਰੀਆ ਵੱਖਰਾ ਹੈ। ਹਿੰਦੁਸਤਾਨ ਦਾ ਜਿਹੜਾ ਦਾਰਸ਼ਨਿਕ ਪੱਖ ਹੈ ਮਾਇਆ ਦਾ, ਇਹ ਜਿਨ੍ਹਾਂ ਸੱਜਣਾ ਨੇ ਆਦਿ ਗੁਰੂ ਸ਼ੰਕਰਾਚਾਰਿਆ ਜਿਹਨੂੰ ਕਹਿੰਦੇ ਨੇ, ਉਹਨੇ ਵੀ ਮਾਇਆ ਦਾ ਬਹੁਤ ਵਿਸਤਾਰ ਕੀਤਾ, ਵਿਆਖਿਆ ਕੀਤੀ। ਜਿਹੜੇ ਖੱਟ ਦਰਸ਼ਨ ਨੇ ਮਾਇਆ ਦੀ ਗੱਲ ਇਹ ਵੀ ਕਰਦੇ ਆ। ਤੇ ਮੈਂ ਆਪ ਨੂੰ ਇੱਕ ਦਿਨ ਬੇਨਤੀ ਕੀਤੀ ਸੀ, ਗੁਰਮਤ ਨੇ ਚੋਖੇ ਝੰਜਟ 'ਚ ਪੈਣ ਹੀ ਨਹੀਂ ਦਿੱਤਾ, ਸਿੱਧੇ ਸਿੱਧੇ ਦੇ ਅਰਥ ਕੀਤੇ। ਮਾਇਆ ਕੀ ਹੈ? ਤੇ ਉਹਦੇ ਵਿੱਚ ਬਾਬਾ ਜੀ ਨੇ ਕਿਹਾ, ਮਾਇਆ ਉਹ ਚੀਜ਼, ਉਹ ਫੁਰਨਾ, ਉਹ ਖਿਆਲ, ਜੜ ਚੇਤਨ ਕੁਝ ਵੀ ਹੋਵੇ, ਜਿਸ ਦਿਨ ਤੈਨੂੰ ਰੱਬ ਦੀ ਥਾਂ, ਰੱਬ ਦੀ ਯਾਦ ਦੀ ਥਾਂ ਕੋਈ ਦੂਜੀ ਯਾਦ ਚੱਲ ਪਏ,
समझियो याद माया ही है। सीधी गल मुका दी। ये माया जित हर विसरै मोह उपजै भाओ दूजा लाया। आ महीना भादो का चढ़िया ना, ये महाराज ने क्या भादवे भरम भुलानियां दूजे लगा खेत। दूजे लगा खेत जदों परमात्मा की याद विसर जाए, सिर्फ वो पूरे दी पूरी इकाग्रता उस वस्तु वाल आ जाए, गुरमुख वो माया ही बन गई। हजूर कहते ने भाई एक काम कर, माया को संग त्याग। जदों इत्थे कथा कर रहे समय एक साखी भी सुनाई महाराज। फिर इत्थे माया को संग त्याग का अर्थ सच्ची मुच्ची निर्लेपता है, प्रवृत्ति विच निर्विरत रहना। पहली लाह भी ये भी प्रवृत्ति ते निर्विरति दोनों ने। प्रवृत्त भी रहना ते निर्विरत भी रहना। प्रवृत्त का अर्थ कि ओदे विच भी रहना ते ओदे तो निर्लेप भी रहना। फिर बेनती है, आप कहेंगे ये तो दुविधा होगी। नहीं, दुविधा नहीं। मैं आपनों एक बार अर्ज की सी, सिख प्रवृत्त विच निर्विरत है, प्रवृत्त है। उंज ये भी बाणी च भी आया एक थां। आम बंदे नूं समझ नहीं पैंदी, वो कहंदा छड्डो जी ये गल्लां करदे पिया, आ माया च खचत। इत्थों तक कि भगत नामदेव दी प्रवृत्ति ते निर्विरति नूं तरलोचन नहीं समझ सकिया। उन्हां कह दिता, नामा माया मोया कह तलोचन मीत, काहे छिपो छैलै राम ना लावो चीत। इनू तो माया ने ठग लिया। ਇਹਦਾ मतलब भावें ये श्लोक कबीर जी दे ने, नामदेव ने उत्तर दिता, पर यह तो बिल्कुल स्पष्ट है कि नामे नारायण ना ही भेद। ਉਹਦੇ ਉੱਤੇ भी उंगल चुक के कह दिता ये माया का ठग्या होया। नामा माया मोया क्या, इनू ठग लिया माया ने। हुण अगों वो प्रवृत्त विच निर्विरत रहन वाला। मेरी फिर बेनती सुनियो, प्रवृत्त का अर्थ है प्रवेश करना ते निर्विरत का अर्थ है निर्लेप हो जाना। हुण उत्थे नामदेव ने जो उत्तर दिता, उन्होंने कबीर साहब ने अपने रसना तो क्या, नामा कह तलोचना मुख ते राम संभाल। अगली गल, हाथ पांव कर काम सब चीत निरंजन नाल। ये हाथ पांव कर काम सब ये प्रवृत्ति है, विच खचत गए। ते गुरमुखो याद रखो, चीत निरंजन नाल अंदर वाला चितवा जेड़ा चित करतार नाल जुड़िया है, ये प्रवृत्ति में निर्वृत्ति है। मैं उस आप नूं क्या एक होर शब्द आउंदा, साच नाम मेरा मन लागा, लोगन स्यों मेरा ठाठा बागा। बाहर सूत सगल स्यों मौला, अलिप्त रहूं जैसे जल में कौला। ये प्रवृत्ति और निर्वृत्ति है। प्रवृत्त इन्ने ने कि लगता जिमें ताने पेटे की तरह उलझे है, तो निर्लेप इन्ने को नहीं। मैं इत्थे एक बार आप मैं अज गल रिपीट कर लगा, दोहरान लगा। अगे इत्थे कर गया हूँ, मैनू याद है जदों महाराज माछीवाड़े गए ना जी, जिथे गुरुद्वारा चरण कमल साहब है, जांडे जिथे महाराज जिथे ये बैठे आ। क्योंकि सतगुरु पहला जंड थले नहीं गए, पहला सतगुरु खूह ते गए आ, क्योंकि टिंड उतों खोल के लिया। आप कहें टिंड का सराहना किया, यदा मैं टिंड कित्थों आई? पहला सतगुरु आप गए आ, खूह तो टिंड का जल, टिंड नाल पानी कढ़िया, वो जल छकिया, टिंड पई सी एक होर उन्होंने लिया के लपेट के सराहना ला लिया। हुण उत्थे हजूर का जिहड़ा हजूरी कवि है सैनापत, वो फिर प्रवृत्ति ते निर्वृत्ति की गल करदा। वो माछीवाड़े का जदों अध्याय लिखदा है तो पहले शब्दों दे ए ने कि निरंकार अपारगत बहुविध कर विस्तार। फिर सुनियो, वो निरंकार परमात्मा नूं कह रहे, नाल फिर गुरु जी की गल कर रहे। निरंकार अपारगत बहुविध कर विस्तार, सबै त्याग छिन्मय दियो रहो सो एक अंकार। ये दो सतरा ने कहते निरंकार की अपार गति है। जदों प्रवृत्त हुंदा है तो सब कुछ सिरज दिंदा है, तो जदों समेटन ते हुंदा सारे सिरजे नूं एक खिंड विच समेट के कल्ले दा कल्ला बहिंदा है। कहंदा वाह ओ सतगुरु मेरेया, जदों प्रवृत्त है किले बनांदे हो, नगारे वजांदे हो, पुत्तर कोल ने, मां कोल है, घोड़े कोल ने, सिर ते कलगी है, पिछे ढाल है, पत्थे च अपने तीर ने, एक मोढे उत्ते कमान है। पर जदों निर्वृत्ति ते आउणा, पैरां दा जोड़ा भी कोई नहीं, थल्ले घोड़ा भी कोई नहीं, सिर ते दस्तार भी कोई नहीं। एक है प्रवृत्त भी करतार दी याद। ते प्यारिओ अंदर नूं रंचक मात्र
वो चीज़ असर नहीं कर रही। माछीवाड़े च बैठे अत की निर्विरति विच बैठे ने। मैं आपनों फिर बेनती करांगा, गुरु तेग बहादुर साहब कह रहे सन, अज ही चलो शब्द है माया को संग त्याग। हुण इहनूं त्याग के माया की थां दूजा कौन आए, क्योंकि अंदर ने खाली रहना ही नहीं, ये तो किसी ने किसी नूं भालेगा। हुण उधरों खाली हो गया तो जाए कित्थे? गुरु साहब कहते हैं प्रभ जू की शरण लाग। तू जेड़ा माया वाल तेरी सुरत अच दी दबी पई है, ये माया की थां मायापति लिया, ये सिरी की थां ते सिरीपत लिया। महाराज ने शब्द वरते सिरीपत गुरु गोबिंद सिंह जी ने। वो परमात्मा की शरण चला जा, हुण तेरा सारा ध्यान केंद्रित एक ते हो जाएगा, दूजा भाव ही नहीं पैदा होना। माया को संग त्याग प्रभ जू की शरण लाग। फिर जिन्हों तू चित लाई बैठा जगत सुख मान मिथ्या, ये जगत के सारे सुख झूठे ने। ते महाराज कहते झूठो सब साज है, ये सारा साजो समान झूठा है। अगे फिर क्यों ने सुपने जो धन पछान, आज जो कुछ इकट्ठा किया बस सुपने की खेड है। फिर नाल कहते ने काहे पर करत मान, ये मान कादा करना पे, ये तेरा है सदा। बारू की भीत जैसे बसदा को राज है। मैं तो बेनती करांगा आप गुरमुख जपण वाले बैठे हो, इनू नेतने में चारे शब्द आनंद आ जाएगा जे आप लय च शब्द पढ़ांगे। महाराज कहते रेत की कंध है धरती का राज, सारी धरती का राज भी रेत की कंध है। नानक जन कहत बात, दास नानक गुरु तेग बहादुर साहब कहे मैं तेनों बात कह रहा कि जी बिनस जय है तेरो गात। मैं तां लिया ये प्रकरण च फिर अगे चलना है, किवें गात बिनसेगा। तेरे तन ने बिनस जाना, खत्म हो जाना। छिन छिन कर गयो काल, छिन छिन करके कल निकल गया। कल निकल गया, जेडे कल की आप गल करते सन वो निकल गया। तैसे जात आज है, जिमें कल गया अज भी निकल गया। ये कल कल अज अज करदे तेनू काल ने खा लेना, तू कदी नहीं जागना। हुण बेनती अगली सुनियो, क्यों मैं शब्द पिछोकड़ लिया है। छिन छिन कर गयो काल, हुण समा की है। एक खिन शब्द वरते इत्थे गुरु सतगुरु ने छिन किया। छिन छिन कर गयो काल, खिन खिन करके कल निकल गया। तैसे जात आज है, इस तरह अज निकल गया। सुनो इस बिंदु, इनू अगे जोड़ो लड़ी नू। राम भज जन्म सिरात है। खिन खिन करके दिन गया, कल गया, अज कल करदियां तेरी जिन्नी उम्र सी सारी दी सारी निकल गई। फिर बिनती सुनियो, वो खिन तो चले शुरू, कल गया अज भी गया। जेड़ा गुरबाणी विच समय की वंड कही है, मैं आपनू कई बारी बेनती की, चलो रिपीट कर लेने। विश्वे चस्सियां घड़ियां पैरां थित्ती वारी मां होवा, सूरज एको रुत अनेक नानक करते के केते वेस। हुण उत्थे जिहड़ी समय की वंड है, भावें अज मिनट सकिंट आपां कहने आ, अख दा 15 वारी झमकना, जिहड़े अख दे 15 फोर ने, अख 15 वारी तंदुरुस्त बंदा बीमार ना होवे किते, तंदुरुस्त बंदे दी अख 15 वारी झमके ते एक विसा बनता है। ते इत्थे पाठ गुरमुखो विसवे नहीं, इत्थे महाराज ने वाह नहीं पिछे लाया, ईड़ी लाई है। ईड़ी ते लाए ना, विसवे कई भुलेखे च वावा पढ़ जाते हैं। विसवे अख नूं 15 वारी झमको तो एक विसा बनता है, 15 विसे होण ते एक चसा बनता है, 30 चसे कट्ठे हो जाने एक पल बनता है, 60 पल कट्ठे होने एक घड़ी बनती है, 7.5 घड़ियां हो जान ते एक पैर बनता है, 8 पैर होण दिन ते रात बनता है, फिर 7 वार होण एक हफ्ता बनता है, अगे महीना बनता है। प्यारे 6 रुत्तां हुंदियां ने, बस इस तरह काल का चक्कर चलिया जाता है। पर मेरी गल ध्यान नाल सुनियो, जे पहली अख झमकी ना निकलती तो काल विस्तार किवें करदा। जिहड़ा सतगुरु ने कहा छिन छिन, छिन छिन तो बाद क्या कल गया अज गया, इहदा मतलब एक खिन ही सांभण वाला है। गुरमुखो ये अवसर जे पता नहीं केड़ी घड़ी वो खिन किसे ते आ जाना है, एक खिन बंदे दी सारी जिंदगी नूं पलट के चले जाता है। इस बेनती नूं फिर सुनियो, क्योंकि अज महाराज ने इत्थे शब्द अवसर वरते है। अवसर दा अगे अगे पढ़ांगे सी। राम भज जन्म सिरात है।
ਤੂੰ ਉਸ ਖਿੰਨ ਨੂੰ ਸਾਂਭ ਲੈ। ਤੇਰੀ ਜ਼ਿੰਦਗੀ ਲੰਘਦੀ ਪਈ ਕਿਵੇਂ ਜਾਂਦੀ ਪਈ। ਆਪਾਂ ਸਾਰੇ ਗੁਰੂ ਤੇਗ ਬਹਾਦਰ ਸਾਹਿਬ ਨੇ ਤੇ ਅੱਗੇ ਕਿਹਾ, ਕਹੂੰ ਕਹਾ ਬਾਰ ਬਾਰ, ਕਹੂੰ ਦਰ ਤੇ ਮੈਂ ਆਖਾਂ। ਇੱਥੇ ਕਹਾ ਨਾਸਕੀ ਨਾ ਕਰੀਏ ਤੇ ਠੀਕ ਹੈ। ਨਾਸਕੀ ਇਹ ਬਿੰਦੀ ਲਾ ਕੇ ਨਹੀਂ ਹੋਵੇਗਾ ਪਾਠ। ਕਹਾ ਦਰ ਤੇ ਕੀ ਤੈਨੂੰ ਆਖਾਂ। ਤੈਨੂੰ ਵਾਰ-ਵਾਰ ਆਖ ਚੁੱਕਾ। ਕਈ ਵਾਰੀ ਜਦੋਂ, ਖਿਮਾ ਕਰਿਓ, ਮੈਂ ਤਾਂ ਅੱਜ ਲੱਗਦਾ ਸੀ ਵੀ ਗੁਰੂ ਤੇਗ ਬਹਾਦਰ ਸਾਹਿਬ ਨਾ ਜਿਵੇਂ ਸਾਰੀਆਂ ਗੱਲਾਂ ਬੰਦਾ ਕਹਿ ਕੇ ਨਾ ਮੰਨੇ, ਫਿਰ ਅਖੀਰ ਤੇ ਕਹਿੰਦੇ ਨੇ ਛੱਡੋ ਖਹਿੜਾ, ਤੈਨੂੰ ਆਖਣ ਦਾ ਕੋਈ ਫਾਇਦਾ ਨਹੀਂ, ਕੀ ਤੈਨੂੰ ਕਹਿਣਾ, ਖਹਿੜਾ ਛੱਡ ਹੁਣ ਸਾਡਾ। ਮੈਂ ਕਹਿੰਦਾ ਗੁਰੂ ਤੇਗ ਬਹਾਦਰ ਸਾਹਿਬ ਤੁਸੀਂ ਫਿਰ ਵੀ ਕਹਿ ਗਏ। ਸੁਣੋ, ਕਹੂੰ ਕਹਾ ਬਾਰ ਬਾਰ, ਉਹ ਤੈਨੂੰ ਮੈਂ ਵਾਰ ਵਾਰ ਕੀ ਆਖਾਂ, ਕਿਉਂ ਆਖਾਂ। ਸਮਝਤ ਨਹਿ ਕਿਉਂ ਗਵਾਰ, ਮੂਰਖਾ ਤੂੰ ਕਿਉਂ ਨਹੀਂ ਗੱਲ ਮੇਰੀ ਸਮਝਦਾ। ਕੀ ਆਖਾਂ ਤੈਨੂੰ ਵਾਰ ਵਾਰ। ਇਹਦਾ ਮਤਲਬ ਸਤਿਗੁਰੂ ਵੀ ਇਸ ਜਗ੍ਹਾ ਤੇ ਆ ਕਹਿਣ ਲੱਗੇ, ਜੇ ਤੂੰ ਨਹੀਂ ਮੰਨਦਾ ਮੂਰਖਾ, ਤੈਨੂੰ ਕੀ ਵਾਰ ਵਾਰ ਮੈਂ ਆਖਾਂ। ਮਹਾਰਾਜ ਕਹਿੰਦੇ ਬਿਨਸਤ ਨ ਲੱਗੈ ਬਾਰ, ਕਹੂੰ ਕਹਾਂ ਬਾਰ ਬਾਰ, ਸਮਝਤ ਨ ਕਿਉਂ ਗਵਾਰ। ਬਿਨਸਤ ਨ ਲੱਗੈ ਬਾਰ, ਬਿਨਸ ਦਾ ਅਰਥ ਹੁੰਦਾ ਖਤਮ ਹੋਣਾ, ਨਾਸ਼ ਹੁੰਦਿਆਂ, ਨ ਲੱਗੈ ਬਾਰ। ਇਹ ਇੱਥੇ ਥੋੜਾ ਜਿਹਾ ਗੱਲ ਯਾਦ ਰੱਖਿਓ, ਆ ਵੀ ਅਰਥ ਸਮਝਣ ਵਾਲੇ ਨੇ। ਤੇ ਮੈਂ ਤੇ ਬੇਨਤੀ ਕਰਾਂਗਾ, ਕੋਈ ਵੀ ਗੁਰਮੁਖ ਕਥਾਵਾਚਕ ਆਵੇ, ਲੜੀਵਾਰ ਵੀ ਕਥਾ ਚੱਲੇ, ਸਕਰੀਨ ਤੇ ਸ਼ਬਦ ਜ਼ਰੂਰ ਲਾਇਆ ਕਰੋ, ਕਿਉਂਕਿ ਸਾਨੂੰ ਬਹੁਤ ਕੁਝ ਸੰਗਤ ਤੋਂ ਸਿੱਖਣ ਨੂੰ ਮਿਲਦਾ ਹੈ। ਉਚਾਰਨ ਦਾ ਪਤਾ ਲੱਗਦਾ ਹੈ। ਗੁਰਮੁਖ ਪਿਆਰੇ ਸੰਥਿਆ ਕਰਾਉਣ ਵੇਲੇ ਸਾਨੂੰ ਵੀ ਸਮਝ ਆਉਂਦੀ। ਇਹ ਥੋੜਾ ਜੀ ਗੁਰਬਾਣੀ ਦੀ ਡਿਗਰੀ ਮਿਲ ਗਈ ਬਸ ਸਭ ਕੁਝ ਤੁਸੀਂ। ਹੁਣ ਪਹਿਲੇ ਬਾਰ ਬਾਰ ਦਾ ਅਰਥ ਹੈ ਵਾਰੀ ਵਾਰੀ, ਸਪੈਲਿੰਗ ਇੱਕੋ ਹੀ ਨਾ। ਕਹੂੰ ਕਹਾਂ ਬਾਰ ਬਾਰ, ਵਾਰ ਵਾਰ ਰਿਪੀਟ ਕਰ ਰਿਹਾ, ਦੁਹਰਾ ਰਿਹਾ ਤੈਨੂੰ। ਹੁਣ ਅੱਗੇ ਆ ਗਿਆ ਇਹ ਸਮਝਤ ਨੇ ਕਿਉਂ ਗਵਾਰ। ਇਹਨੂੰ ਗਵਾਰ ਹੀ ਪੜਨਾ। ਜ਼ਿਆਦਾਤਰ ਬਾਣੀ 'ਚ ਗੱਗੇ ਨੂੰ ਕੰਨਾ ਆਇਆ, ਗਾਵਾਰ ਆਇਆ, ਪਰ ਇੱਥੇ ਸੁਚੇਤ ਰਹਿਣਾ, ਇੱਥੇ ਗੱਗੇ ਨੂੰ ਕੰਨਾ ਲਾ ਕੇ ਨਹੀਂ ਪੜਨਾ, ਗਵਾਰ ਹੀ ਪੜਨਾ, ਗਾਵਾਰ ਨਹੀਂ। ਅਰਥ ਹੋਈ ਨੇ ਮੂਰਖ। ਅੱਗੇ ਬਿਨਸਤ ਨਾ ਲੱਗੈ ਬਾਰ। ਹੁਣ ਸੁਣੋ, ਪਹਿਲਾ ਬਾਰ ਬਾਰ ਸੀ ਰਿਪੀਟ, ਹੁਣ ਬਾਰ ਦਾ ਅਰਥ ਦੇਰੀ। ਪਾਠ ਇੱਕੋ ਹੋਵੇ, ਸਪੈਲਿੰਗ ਇੱਕੋ ਹੋਵੇ, ਅਰਥ ਬਦਲ ਗਏ ਨੇ। ਹੁਣ ਪਹਿਲੇ ਬਾਰ ਦਾ ਅਰਥ ਹੈ ਰਟਨ, ਤੈਨੂੰ ਵਾਰ-ਵਾਰ ਕਹਿ ਰਿਹਾ। ਇੱਥੇ ਬਾਰ ਦਾ ਅਰਥ ਹੈ ਕਿ ਦੇਰੀ। ਇਹ ਜਿਵੇਂ ਅਸੀਂ ਪਾਠ ਕਰਨੇ ਆ, ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਰ। ਵਾਹ ਵਾਹ। ਦਿਨ 'ਚ ਇੰਨੀ ਵਾਰੀ ਮੈਂ ਕੁਰਬਾਨ ਜਾਨਾ, ਤੇ ਬਾਰ ਦਾ ਅਰਥ ਦੇਰੀ। ਇੱਕ ਦਿਨ ਮੈਂ ਕਿਹਾ ਭਾਈ ਸੰਤੋਖ ਸਿੰਘ ਜੀ ਨਾ ਜੀ, ਕਿਉਂਕਿ ਉਹਨਾਂ ਬਾਰੇ ਤਾਂ ਇੰਨਾ ਕੁ ਪ੍ਰਚਾਰ ਕਰ ਦਿੱਤਾ ਗਿਆ ਵੀ ਬੰਦਾ ਉਹਨੂੰ ਹੱਥ ਹੀ ਨਹੀਂ ਪਾਉਂਦਾ। ਮੈਂ ਉਹ ਅੱਗੇ ਵੀ ਕਿਹਾ ਸੀ, ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਵਾਕਈ ਮਿਲਾਵਟ ਨੇ, ਪਰ ਪਿਆਰਿਓ ਉਸ ਬੰਦੇ ਦੀ ਏਡੀ ਮਿਹਨਤ ਨੂੰ ਇੰਨਾ ਦੁਰਕਾਰੋ ਨਾ ਸਿੱਖੋ। ਕੋਈ ਵਿਦਵਾਨ ਮੈਨੂੰ ਦੱਸ ਦਿਓ ਸਿੱਖਾਂ 'ਚ, ਮੈਂ ਸਿੱਖਾਂ 'ਚ ਕਹਿ ਰਿਹਾ, ਅਨਮਤ ਈਵਨ ਕਿ ਮੈਕਾਲ ਵਰਗਾ ਬੰਦਾ ਵੀ, ਕੋਈ ਬੰਦਾ ਦੱਸੇ ਕਿਹੜਾ ਵਿਦਵਾਨ ਹੈ ਜਿਹਨੇ ਭਾਈ ਸੰਤੋਖ ਸਿੰਘ ਦੇ ਗ੍ਰੰਥ ਪੜ੍ਹ ਕੇ ਹਿਸਟਰੀ ਨਹੀਂ ਲਿਖੀ। ਸਭ ਨੇ ਲਿਖੀ। ਈਵਨ ਕਿ ਪ੍ਰੋਫੈਸਰ ਸਾਹਿਬ ਸਿੰਘ ਵਰਗੇ, ਉਹਨਾਂ ਦੀਆਂ ਬਾਬਾਣੀਆਂ ਕਹਾਣੀਆਂ ਕਿਤਾਬ ਪੜ੍ਹੋ ਨਾ, ਕਈ ਥਾਵਾਂ ਤੇ ਭਾਈ ਸੰਤੋਖ ਸਿੰਘ ਨੂੰ ਕੋਟ ਕੀਤਾ। ਪਰ ਪਿਆਰਿਓ, ਸੋਨਾ ਵਿੱਚੋਂ ਲੈ ਲਓ, ਰੇਤ ਨੂੰ ਰਹਿਣ ਦਿਓ। ਉਹਦੇ ਵਾਸਤੇ ਨਿੱਠ ਕੇ ਕੰਮ ਕਰਨਾ ਪੈਂਦਾ ਹੈ। ਉਹਦੀ ਪੋਇਟਰੀ ਜਿਹੜੀ ਹੈ, ਫਿਰ ਮੇਰਾ ਵਿਸ਼ਾ ਨਹੀਂ ਅੱਜ ਬਿਲਕੁਲ ਵੀ। 2.5 ਲੱਖ ਸਤਰ ਉਸ ਬੰਦੇ ਨੇ ਗੁਰੂ ਦੀ ਸਿਫਤ ਲਿਖੀ ਹੈ। 2.5 ਲੱਖ। ਕਿਹੜਾ ਛੰਦ ਹੈ ਜਿਹੜਾ ਉਹਨੇ ਨਹੀਂ ਵਰਤਿਆ। ਉਹ ਭਾਈ ਸਾਹਿਬ ਨੇ ਇੱਥੋਂ ਤੱਕ, ਤੁਸੀਂ ਫਾਰਸੀ 'ਚ, ਤੁਸੀਂ ਸੰਸਕ੍ਰਿਤ, ਕਿਉਂਕਿ ਜ਼ਿਆਦਾ ਉਹਨਾਂ ਬ੍ਰਿਜ ਭਾਸ਼ਾ ਵਰਤੀ ਹੈ, ਪੰਜਾਬੀ ਵਰਤੀ, ਪਰ ਜ਼ਿਆਦਾ ਬ੍ਰਿਜ। ਕੋਈ ਗੱਲ ਕਹੋ, ਇੱਕ ਖਿਣ ਚੋਂ ਕਵਿਤਾ ਲਿਖ ਦਿੰਦੇ ਸਨ। ਜਦੋਂ ਗ੍ਰੰਥ ਲਿਖਿਆ ਜਾ ਰਿਹਾ ਸੀ, ਇਹ ਆਪ ਕਲਮ ਨਹੀਂ ਸਨ ਚਲਾਉਂਦੇ, ਇਹ ਖੱਪਣੀ ਪਾਈ ਹੁੰਦੀ ਸੀ ਇਹਨਾਂ ਨੇ। ਖੱਪਣੀ ਸਮਝਦੇ, ਛੋਟਾ ਚੋਲਾ, ਛੋਟੀ ਕੇਸਕੀ ਹੁੰਦੀ ਸੀ, ਇਸ ਹੱਥ ਵਿੱਚ ਕੜੇ ਸਨ, ਤੇ ਲੱਕੜ ਦੀ ਇੱਕ ਨਿੱਕੀ ਜੀ ਤਖਤੀ ਹੁੰਦੀ ਸੀ। ਇਹ ਨਾਲੇ ਤੁਰੀ ਜਾਂਦੇ ਸਨ ਤੇ ਨਾਲੇ ਕਵਿਤਾ ਉਚਾਰੀ ਜਾਂਦੇ, ਲਿਖਾਰੀ ਲਿਖਦੇ ਹੁੰਦੇ ਸਨ। ਤੁਸੀਂ ਹਿਸਾਬ ਲਾ ਲਓ ਵੀ ਬੰਦੇ ਅੰਦਰ। ਤੇ ਜਦੋਂ ਗ੍ਰੰਥ ਪੂਰੇ ਹੋਏ, ਉਸੇ ਸਾਲ ਭਾਈ ਸਾਹਿਬ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਅਕਾਲ ਚਲਾਣਾ ਕਰ ਗਏ ਸਨ। ਚਲੋ ਮੈਂ ਰਹੋ ਵਿਚਾਰ, ਪਰ ਉਹਨਾਂ ਨੇ ਇੱਕ ਸਤਰ ਲਿਖੀ, ਸਤਿਗੁਰ ਮਮ ਬੇਰੀ ਕਟੋ।
ਆ ਬਾਹਰ ਜਿਹੜਾ ਸ਼ਬਦ ਆਇਆ ਹੈ, ਅਰਥ ਕਿਵੇਂ ਬਦਲਦਾ ਸ਼ਬਦ? ਸਤਿਗੁਰ ਮਮ ਬੇਰੀ ਕਟੋ ਨਿਜ ਬੇਰੀ ਪ੍ਰਚਾੜ, ਇਹ ਬੇਰੀ ਹੋਏ ਭਵ ਸਫਲ ਬਿਨ ਬੇਰੀ ਕਰ ਪਾਰ। ਚਾਰ ਵਾਰੀ ਸ਼ਬਦ ਬੇਰੀ ਆ ਗਿਆ ਨਾ, ਚਾਰੇ ਵਾਰੀ ਅਰਥ ਵੱਖਰੇ। ਸਤਿਗੁਰ ਮਮ ਬੇਰੀ ਕਟੋ, ਪਹਿਲਾ ਬੇਰੀ ਦਾ ਅਰਥ ਹੈ ਮੇਰੀਆਂ ਬੇੜੀਆਂ ਕੱਟ ਦਿਓ ਵਾਸ਼ਨਾ ਦੀਆਂ। ਨਿਜ ਬੇਰੀ ਪ੍ਰਚਾਰ, ਦੂਜੀ ਬੇਰੀ ਦਾ ਅਰਥ ਹੈ ਨਾਵ ਕਸ਼ਤੀ, ਮੈਨੂੰ ਆਪਣੇ ਨਾਮ ਦੀ ਬੇੜੀ ਤੇ ਚਾੜ ਲਓ। ਇਹ ਬੇਰੀ, ਹੁਣ ਤੀਜੇ ਬੇਰੀ ਦਾ ਅਰਥ ਹੋ ਗਿਆ ਇਹ ਵਾਰੀ, ਇਹ ਬਾਰੀ, ਇਹ ਬੇਰੀ ਕੋਈ ਭਵ ਸਫਲ। ਤੀਜਾ ਅਰਥ ਹੋ ਗਿਆ ਇਹ ਵਾਰੀ। ਬਿਨ ਬੇਰੀ, ਚੌਥੇ ਬੇਰੀ ਦਾ ਅਰਥ ਹੈ ਬਿਨਾਂ ਦੇਰੀ ਤੋਂ। ਬੜੇ ਉਹਨਾਂ ਦੇ ਐਸੇ ਬਚਨ ਨੇ। ਖੈਰ ਮੈਂ ਇੱਥੇ ਬੇਨਤੀ ਕਰਾਂਗਾ, ਬਿਨਸਤ ਨ ਲੱਗੈ ਬਾਰ, ਕਿਉਂ ਨਹੀਂ ਸਮਝਦਾ ਉਹ ਗਵਾਰ ਮਨਾ, ਤੈਨੂੰ ਟੁੱਟਦਿਆਂ ਤੈਨੂੰ ਭੱਜਦਿਆਂ ਦੇਰੀ ਨਹੀਂ ਲੱਗਣੀ। ਕਿਉਂ? ਮਹਾਰਾਜ ਮੇਰਾ ਸਰੀਰ ਇੰਨਾ ਰਿਸ਼ਟ ਪੁਸ਼ਟ, ਮੈਂ ਜਿਮ ਜਾਣਾ, ਮੈਂ ਇੰਨਾ ਕੁਝ ਖਾਣਾ, ਮੈਂ ਡਾਕਟਰ ਨੂੰ ਰੋਜ਼ ਚੈੱਕ ਕਰਾਨਾ। ਮਹਾਰਾਜ ਕਹਿੰਦੇ ਆ ਚੇਤੇ ਰੱਖੀ, ਓਰੇ ਸਮਗਾਤ ਹੈ। ਓਰੇ ਔਲਾ, ਗੜਾ ਜਿਹਨੂੰ ਕਹਿੰਦੇ ਆ ਨਾ, ਗੜੇ ਪੈਂਦੇ ਆ ਔਲੇ, ਹੈ ਨਾ, ਜਿਹੜੀ ਬਰਫ਼ ਪੈਂਦੀ ਹੈ, ਕਈ ਵਾਰੀ ਗੜੇ ਪੈਂਦੇ ਨੇ, ਓਰੇ ਕਹਿੰਦੇ। ਇੱਥੇ ਓਰਾ ਸਤਿਗੁਰੂ ਸ਼ਬਦ ਵਰਤਿਆ, ਓਰੇ ਓਲੇ ਦੀ ਤਰ੍ਹਾਂ। ਸੱਚ ਇਹ ਵੇ ਜਿਵੇਂ ਗੜਾ ਬਰਫ਼ ਪਈ ਹੋਵੇ, ਛੋਟੇ ਛੋਟੇ ਚੰਦਰਾ ਜਿਹਨੂੰ ਸਾਡੇ ਸ਼ਬਦਾਂ ਚੰਦਰਾ ਵੀ ਕਹਿੰਦੇ ਸਨ, ਭੈੜਾ ਪੈਂਦਾ ਸਨ, ਇਹ ਵੀ ਕਹਿੰਦੇ ਸਨ। ਹੁਣ ਉਹ ਭਰੀ ਪਈ ਸਾਰੀ ਜ਼ਮੀਨ, ਸਾਰਾ ਛਟਾਲਾ ਪੈਂਦਾ ਸਿਆਲ 'ਚ ਹੀ ਜ਼ਿਆਦਾ, ਕਣਕ ਹੈ ਫੰਡੀ ਪਈ ਪੂਰੀ, ਛਟਾਲਾ ਛਟਾਲਾ ਸਮਝਣਾ, ਬਰਸੀਨ ਸਾਰਾ ਭਰਿਆ ਪਿਆ ਚਿੱਟਾ। ਰਾਤ ਚਿੱਟਾ, ਸਵੇਰੇ ਸੂਰਜ ਦੀਆਂ 4 ਕਿਰਨਾਂ ਨਿਕਲੀਆਂ, ਸਾਰਾ ਗਾਲ ਕੇ ਪਾਣੀ ਕਰ ਦਿੱਤਾ। ਗੁਰੂ ਜੀ ਕਹਿੰਦੇ ਉਹ ਜਿਹੜਾ ਬਾਹਰ ਬਰਫ਼ ਪਈ ਹੈ ਨਾ, ਤੇਰਾ ਸਰੀਰ ਇਹ ਹੀ ਆ, ਉਹਨੂੰ ਸੂਰਜ ਦੀ ਕਿਰਨ ਪਏ ਤਾਂ ਉਹਨੇ ਪਿਘਲ ਜਾਣਾ ਹੈ। ਜਿੱਦਣ ਤੇਰੇ ਤੇ ਮੌਤ ਦੀ ਕਿਰਨ ਪਈ, ਇਹਨੇ ਵੀ ਪਿਘਲ ਜਾਣਾ ਹੈ। ਕਿਉਂ ਨਹੀਂ ਸਮਝਦਾ? ਮਹਾਰਾਜ ਬਚਨ ਕਰ ਰਿਹਾ, ਰਾਮ ਭਜ ਜਨਮ ਸਿਰਾਤ ਹੈ। ਨਿਕਲ ਗਿਆ ਉਹ ਸਮਾਂ, ਸੱਚੀ ਮੁੱਚੀ ਨਿਕਲ ਗਿਆ ਜੀ। ਵੇਖੋ ਆਪਣੀਆਂ ਹੁਣ 50 ਸੀ 53 ਚਰੰਦਾ ਦੇ ਨੇੜੇ ਅਪੜ ਗਿਆ। ਮੈਂ ਇੱਕ ਵਾਰੀ ਕਿਹਾ ਸੀ, ਸੱਚੀ ਜੇ ਗੱਲ ਜੇ, ਹੁਣ ਰਾਤ ਨੂੰ ਉੱਠ ਕੇ ਕਈ ਵਾਰੀ ਮਨ ਨੂੰ ਪੁੱਛੀਦਾ, ਮਣਾ ਇੰਨੀਆਂ ਕਥਾ ਸੁਣਾਈਆਂ, ਦਿਨ ਤਾਂ ਆਪਣਾ ਵੀ ਨੇੜੇ ਆ ਗਿਆ, ਹੁਣ ਕੀ ਬਣੂਗਾ? ਕਿੰਨੀ ਕੁ ਤਿਆਰੀ ਤੇਰੀ? ਬੰਦਾ ਅਜੇ ਵੀ ਉਲਝਿਆ ਪਿਆ, ਵਾਸ਼ਨਾ ਖਹਿੜਾ ਨਹੀਂ ਛੱਡਦੀ। ਗੁਰੂ ਸਾਹਿਬ ਨੇ ਇਸੇ ਕਰਕੇ ਬਾਣੀ 'ਚ ਕਿਹਾ, ਦੇਖੋ ਆ ਸ਼ਬਦ ਜਦੋਂ ਅਸੀਂ ਪੜ੍ਹਨੇ ਆ, ਇਹ ਚਿੰਤਾ ਤੇ ਹੁੰਦੀ ਹੋਈ ਹੈ ਨਾ। ਮਹਾਰਾਜ ਜੀ ਦਾ ਜਿਹੜਾ ਸ਼ਬਦ ਹੈ, ਧਨ ਜੋਬਨ ਅਰ ਫੁੱਲੜਾ ਨਾਠੀ ਅੜੇ ਦਿਨ ਚਾਰ, ਪੱਬਣ ਕੇਰੇ ਪੱਤ ਜੋ ਢਲ ਢੁਲ ਜੁਮਨ ਹਾਰ, ਰੰਗ ਮਾਣ ਲੈ ਪਿਆਰਿਆ ਜਾ ਜੋਬਨ ਨਾ ਹੁੱਲਾ, ਦਿਨ ਥੋੜੜੇ ਥੱਕੇ ਭਇਆ ਪੁਰਾਣਾ ਚੋਲਾ। ਚੋਲਾ ਹੁਣ ਪੁਰਾਣਾ ਹੋ ਗਿਆ। ਗੁਰੂ ਨਾਨਕ ਸਾਹਿਬ ਕਹਿੰਦੇ ਪੁਰਾਣਾ ਹੋ ਗਏ, ਪਰ ਨਾਲ ਕਹਿੰਦੇ ਰੰਗ ਮਾਣ ਲੈ ਪਿਆਰਿਆ। ਉਹ ਪਿਆਰਿਆ ਕਰ ਹਿੰਮਤ, ਕਰ ਬੰਦਗੀ। ਫਰੀਦ ਸਾਹਿਬ ਵਰਗਾ ਮਹਾਂਪੁਰਖ ਦੇਖ ਕੇ ਦਾੜੀ, ਕਹਿੰਦੇ ਵੇਖ ਫਰੀਦਾ ਜੇ ਥੀਆ, ਦੇਖ ਫਰੀਦਾ ਜੇ ਥੀਆ, ਦਾੜੀ ਹੋਈ ਭੂਰ। ਚਿੱਟੀ ਨਹੀਂ ਕਿਹਾ, ਕਰੜਬੜੀ ਹੋ ਗਈ ਹੈ, ਅੱਧੇ ਕਾਲੇ ਅੱਧੇ ਕਿ ਚਿੱਟ, ਦਾੜੀ ਹੋਈ ਭੂਰ। ਅੱਗੋਂ ਨੇੜਾ ਆਇਆ, ਪਿੱਛੇ ਰਿਹਾ ਦੂਰ, ਬਸ ਪਿਛਲੀਆਂ ਯਾਦਾਂ ਰਹਿ ਗਈਆਂ। ਤੇ ਜਿਉਂ-ਜਿਉਂ ਬੰਦਾ, ਮੈਂ ਜੋ ਤਜਰਬਾ ਕਰ ਰਿਹਾ 50-55 ਟੱਪਦਾ ਹੈ, ਮੈਂ ਪਿਛਲੀ ਦੀ ਵੀ ਕਿਹਾ, ਉਹ ਫਿਰ ਬੰਦਾ ਉਮਰ ਲਕਾਉਣ ਲੱਗ ਪੈਂਦਾ ਹੈ। ਤੇ ਫਿਰ ਜਦੋਂ ਉਸ ਉਮਰ 'ਚ ਕੋਈ ਮਰਦਾ ਹੈ ਨਾ, ਦੱਸੇ ਭਾਵੇਂ ਨਾ, ਪਰ ਸੋਚਦਾ ਜ਼ਰੂਰ ਵੀ ਯਾਰ ਉਹ ਵੀ ਮੇਰੀ ਕੋਈ ਉਮਰ ਦਾ ਹੀ ਮਰ ਗਿਆ। ਇਹ ਮਨ ਨਾਲ ਗੱਲਾਂ ਕਰਦਾ ਫਿਰ ਬੰਦਾ। ਮੈਂ ਸੱਚ ਕਹਿਣਾ, ਇਸ ਤਰ੍ਹਾਂ ਹੀ ਹੁੰਦਾ ਜੇ, ਬਹੁ ਗਿਣਤੀ ਜੇ ਇਸ ਤਰ੍ਹਾਂ ਹੁੰਦਾ, ਫਲਾਣਾ ਤੁਰ ਗਿਆ, ਇੰਨੀ ਕੁ ਮੇਰੀ ਕੋਈ ਉਮਰ ਦਾ ਸੀ। ਕਿਉਂਕਿ ਫਿਰ ਉਸ ਵਕਤ ਗੁਰੂ ਸਾਹਿਬ ਕਹਿੰਦੇ ਆ ਤੂੰ ਹੁਣ ਸਮਝ। ਇਸੇ ਕਰਕੇ ਗੁਰਬਾਣੀ ਨੇ ਏਡਾ ਵੱਡਾ ਤਰਵਾਸ ਦਿੱਤਾ ਵੀ ਜੋ ਲੰਘ ਗਿਆ ਦਾ ਉਹਨੂੰ ਗੋਲੀ ਮਾਰ, ਫੂਕ ਉਹਨੂੰ, ਜੋ ਤੇਰੇ ਕੋਲ ਹੋਣੇ ਬਸ ਇਹੀ ਸਾਂਭ ਲੈ। ਬਾਬਾ ਸਾਹਿਬ ਨੇ ਕਿਹਾ ਨਾ, ਕਾਲੀ ਜਿਨੇ ਨਾ ਰਾਵਿਓ ਧੌਲੀ ਰਾਵੈ ਕੋਈ ਵਿਰਲਾ ਜਪਦਾ ਬੁਢੇਪੇ 'ਚ। ਤੇ ਸਤਿਗੁਰੂ ਦੇ ਬਚਨ, ਕਾਲੀ ਧੌਲੀ ਸਾਹਿਬ ਸਦਾ ਹੈ ਜੇ ਕੋ ਚਿੱਤ ਕਰੇ। ਗੁਰੂ ਅਮਰਦਾਸ ਕਹਿੰਦੇ ਬਣ ਜਾਏਗੀ ਧੌਲੀ 'ਚ ਵੀ ਗੱਲ। ਮੈਂ ਆਪ ਨੂੰ ਬੇਨਤੀ ਕਰਾਂ, ਔਰੇ ਸਮਗਾਤਕ ਹੈ ਇਹ ਕਿੰਨਾ ਕੁ ਹੈ ਜੀ। ਇਹਨੂੰ ਬੜੀਆਂ ਤਸ਼ਬੀਹ ਦਿੱਤੀਆਂ ਮਹਾਰਾਜ ਨੇ, ਉਦਾਹਰਨਾਂ ਦਿੱਤੀਆਂ। ਤੂੰ ਕਾਹੇ ਗਰਬੇ ਬਾਵਲੀ, ਜੈਸੇ ਭਾਦੋ ਖੂੰਬ ਰਾਹੀ, ਤੂੰ ਤਿਸ ਤੇ ਖਰੀ ਉਤਾਵਲੀ। ਕਿਉਂਕਿ ਮਹੀਨਾ ਭਾਦੋ ਦਾ ਚੱਲਦਾ ਪਿਆ। ਜਿਵੇਂ ਭਾਦੋ ਦੇ ਮਹੀਨੇ 'ਚ ਖੁੰਬ ਨਿਕਲਦੀ ਸੀ, ਉਹ ਵੇਂਦਿਆਂ ਸਾਰ ਸੂਰਜ ਕਿਰਨ ਨਿਕਲਣੀ, ਨਾਲ ਹੀ ਸੜ ਜਾਣੀ। ਕਹਿੰਦੇ ਤੇਰੀ ਬੋਡੀ ਇਸ ਤਰ੍ਹਾਂ ਹੈ ਜਿਵੇਂ ਭਾਦੋਂ ਦੇ ਮਹੀਨੇ 'ਚ ਰੂੜੀ ਤੇ ਖੁੰਬਾਂ ਨਿਕਲਦੀਆਂ ਨੇ।
ਕਬੀਰ ਸਾਹਿਬ ਨੂੰ ਪੁੱਛੋ, ਉਹ ਵੀ ਇਹ ਗੱਲ ਕਹਿਣਗੇ। ਕਬੀਰ ਗਰਬ ਨਾ ਕੀਜੀਏ ਦੇਹੀ ਦੇਖ ਸੁਰੰਗ, ਆਜ ਕਾਲ ਤਾਂ ਜਾਓਗੇ ਜਿਉਂ ਕਾਂਚੁਰੀ ਭੁਯੰਗ। ਇਹਨੇ ਖਤਮ ਹੋ ਜਾਣਾ ਹੈ। ਔਰ ਇਹ ਸਮਗਾਤ ਹੈ, ਤੂੰ ਸਮਝ ਮੇਰੀ ਗੱਲ। ਤੇ ਤੇਰਾ ਉਮਰ ਨਿਕਲ ਗਈ। ਤੇ ਸਤਿਗੁਰਾਂ ਨੇ ਕਿਹਾ 10 ਬਾਲ ਤਨ 20 ਰਵਨ, 30 ਕਾ ਸੁੰਦਰ ਕਹਾਵੈ, 40 ਪੁਰਖ ਹੋਏ 85 ਪਗ ਖਿਸੈ, 60 के बुढ़ेपा आवे, 70 का मतहीन, 80 का व्यवहार न पावे, 90 का सेजासनी, मूल न जाने आप बल, टंडोलम ढूंढम डिठ में, नानक जग धुएं का तौल हर। बस काम खत्म हो गया। सतगुरु गुरु तेग बहादुर फिर कह रहा कि तू समझ, राम भज जन्म सिरात है, जन्म सिरात है, बेड़ा बंध ना सकियो बंधन की बेला, बहती जात कदे दृष्ट ना धारत, मिथ्या मोह बंधै नित पारच, गुजरी जात गवार ਜਾਂ ਸਹੁ ਪਾਏ ਆਪਣਾ। ਤੇਰੀ ਉਮਰ ਤੇਰੇ ਕੋਲ ਲੰਘ ਗਈ। ਛਾਲਾ ਮਾਰਦਿਆਂ ਇੱਕ ਦਿਨ ਫਰੀਦ ਸਾਹਿਬ ਦੇ ਬਚਨ ਪੜ੍ਹਦਿਆਂ, ਜਦੋਂ ਮਨ ਚੋਖੀਆਂ ਖਰਮਸਤੀਆਂ ਕਰੇ ਨਾ, ਚੋਖੀਆਂ ਦੁਲੱਤੀਆਂ ਮਾਰੇ, ਤੈਨੂੰ ਫਰੀਦ ਦੇ ਸ਼ਲੋਕ ਜ਼ਰੂਰ ਸੁਣਾਇਆ ਕਰੀਏ। ਉਹ ਇਹਦੀ ਬੁੱਧੀ ਟਿਕਾਣੇ ਲੈ ਆਉਂਦੇ ਨੇ। ਉਹਨਾਂ ਦਾ ਇੱਕ ਬਚਨ ਹੈ, ਫਰੀਦਾ ਕੋਠੇ ਧੁੱਕਣ ਕੇਤੜਾ, ਫਿਰ ਨਿੰਦੜੀ ਨਿਵਾਰ। ਉਹ ਲੰਘ ਗਈ ਸਮਾਂ ਓਏ। कोठे धुक्कण केतड़ा फिर निंदड़ी निवार, जो दे लद्दे गाणवे गए विलाड़ विलाड़। हालांकि जिहड़े मुल्तानी लोग ने वो अर्थ कोठे दा अर्थ करते हैं, ये मोहरां जिहड़ियां कमर दे पिछे नहीं, कोठे धुक्कण केतड़ा भी लम्मे पै पै के रात मुकदी कोई नहीं। हुण मोहरां समझदे ना जी, मोढे तो थल्ले दर्द करदियां ने, पर नहीं इहदा प्रकरण है कोठे धुक्कण केतड़ा। किन्ना कु कोठे दी छत ते भज लैंगा, छत्तां ते भज्या जांदा जी। जे कोई कहे जी मैं प्रैक्टिस करना, छत उत्ते दौड़ना रोज, नहीं प्यारिओ, छत दा एक बनेरा चलन दी देर दूजा आ जाना। कहंदे पता ही उदों लगदा है जदों मोढे नाल लाया मोढे ते चुक्या जांदा है। मैं ये शब्द कहा, मोढे नाल लगे नूं मोढे ते चुक्या जांदा है। जिद्दन जम्मिया सी ना, उस दिन थोड़ा रोंदा ते माई कहंदी ने कुड़िए नूं कम छड्ड पर मुंडे नूं कुड़ी नूं मोढे ला लै, है ना। ते जिद्दन मरदा उस दिन मोढे ते चुकदे, पर जिंदगी दा सिर्फ बस मोढे लाना ते मोढे चुकने है। समा निकल गया। महाराज कहंदे जो दे लद्दे गाणवे, जेड़े गिनती दे दिन लभे सन, गए विलाड़ विलाड़, छाला मार दे तुर गए। महाराज कहंदे मेरी गल मान ला, मैं भी अक गया तेनू कहना। मैं सीधी गल अज पंजाबी च करा, बाबा जी कहते ते अक गया तेनू कह के, क्यों नहीं तू समझदा। और ये समगात है रहाओ, क्यों नहीं जपदा। अगे फिर कह रहे ने सगल भरम डार दे। उंज वैसे विदांत ने 5 तरह के भरम मन्ने आ, असी सीधे अर्थ दे करांगे। भरम का अर्थ जो गुरु जी ने कहा, माधवे क्या कही है भरम ऐसा, जैसा मानिया होए ना तैसा। जो कुछ मैं मन्नी बैठा हकीकत चो है नहीं। हुण मेरा भरम ये वे कि ये मेरा घर, सुनियो मेरी बेनती, सगल भरम है ना, ये मेरा घर, पर गुरबाणी कहती है ना ये तेरा घर है ही नहीं, ये एक दिन छड्डना पैना। मेरा अंदर कहता मेरा परिवार, गुरबाणी कहती है इन्हां नेड़े किसे नहीं लगना, जन पिसर पदर बिरादरा कस नेस दस्तंग बिगीर। भरम कहता मेरी जीवन साथन या जीवन साथी। ते गुरु तेग बहादुर साहब कहते घर की नार बहुत हित जांस्यो, सदा रहत संग लागी, जब ही हंस तजीए काया प्रेत प्रेत कर भागी। ये भरम है मेरी दौलत। ते बाबा जी कहते कबीर कौडी कौडी जोर कै जोरे लाख करोड़, चलती बार ना कछ मिलियो लई लंगोटी तोर। ये भरम ही है ना कि धन मेरा, परिवार मेरा, संसार मेरा। महाराज कहते सारे भरम छड्ड दिओ बंदिया, कोई भी तेरा नहीं सवेर करतार तो बिना। सगल भरम डार दे, 60 पर इन्हां नूं, गोबिंद को नाम लेह। हाय स्यारी जरूर बोलनी, मतलब साइलेंट नहीं रखन देना। देखो बाणी च तुसीं गुरमुख बैठे हो, दे शब्द जिहड़ा दे, दद्दे नूं लां भी आउंदी है, दद्दे नूं लां ईड़ी नूं सिहारी भी आउंदी है, दद्दे नूं लां खाहे नूं अपना जी सिहारी आउंदी है। तिन्हां दा उचारण वखरा वखरा।
ਇੱਥੇ ਹਜ਼ੂਰ ਕਹਿੰਦੇ ਸਗਲ ਭਰਮ ਡਾਰ ਦੇਹ, ਸਾਰੇ ਭਰਮ ਛੱਡ ਦੇ, ਪਰਾਂ ਇਹਨਾਂ ਨੂੰ ਸੱਟ। ਗੋਬਿੰਦ, ਧਰਤੀ ਨੂੰ ਸਹਾਰਾ ਦੇਣ ਵਾਲਾ ਵਾਹਿਗੁਰੂ, ਗੋਬਿੰਦ ਕੋ ਨਾਮ ਲੇਹ। ਫਿਰ ਜੀ ਕਹਿਣ ਲੱਗੇ ਅੰਤ ਬਾਰ ਸੰਗ ਤੇਰਾ ਇਹ ਹੈ ਏਕ ਜਾਤ ਹੈ। ਜਿਹੜਾ ਉੱਤੇ ਮਹਾਰਾਜ ਕਹਿ ਰੱਖਿਆ ਹੈ ਨਾ ਵੀ ਇਹ ਹੈ ਤੇਰਾ ਕਾਜ ਹੈ, ਉਹਨੂੰ ਫਿਰ ਗੁਰੂ ਸਾਹਿਬ ਦੁਹਰਾ ਰਹੇ ਆ ਕਿ ਭਾਈ ਸੱਜਣਾ ਕਿ ਅੰਤ ਬਾਰ ਸੰਗ ਤੇਰਾ ਇਹ ਹੈ ਏਕ ਜਾਤ ਹੈ, ਅੰਤਲੇ ਸਮੇਂ ਸਿਰਫ ਇੱਕ ਨਾਮ ਨੇ ਤੇਰੇ ਨਾਲ ਜਾਣਾ ਹੈ। ਮੈਂ ਕਹਿੰਦਾ ਜੀ ਚਲੋ ਸਾਡੀ ਗੱਲ ਦਾ ਬੰਦਾ ਇਗਨੋਰ ਕਰਦੇ ਵੀ ਇਹਨਾਂ ਦਾ ਕੰਮ ਹੀ ਬੋਲਣਾ, ਪਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਇਗਨੋਰ ਨਾ ਕਰਿਓ ਪਲੀਜ਼, ਉਹਨਾਂ ਤੇ ਭਰੋਸਾ ਕਰੋ। ਮਹਾਰਾਜ ਕਹਿੰਦੇ ਆ, ਮੈਂ ਪਿਛਲੇ ਦਿਨ ਜਦੋਂ ਸ਼ਲੋਕਾਂ ਦੇ ਅਰਥ ਕੀਤੇ ਸਭ ਕੁਝ ਕਹਿ ਗਏ ਵੀ ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਿਵਾਰ, ਕਹੋ ਨਾਨਕ ਤਿਰ ਕੱਚ ਨਹੀਂ ਚੁਪਨੇ ਜਿਉ ਸੰਸਾਰ, ਜੋ ਉਪਜੋ ਸੋ ਬਿਨ ਸਹਿ ਪਰੋ ਆਜ ਕੈ ਕਾਲ, ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਜੋ ਹੈ ਸਭ ਜਾਏਗਾ, ਪਰ ਅਖੀਰ ਤੇ ਏਡਾ ਵੱਡਾ ਤਰਵਾਸ ਦਿੱਤੋ ਨੇ। ਕਹਿਣ ਲੱਗੇ ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਗੁਰੂ ਸਾਹਿਬ ਕਹਿੰਦੇ ਮੇਰੀ ਗੱਲ ਮੰਨ ਬੰਦਿਆ, ਅੰਤ ਬਾਰ ਸੰਗ ਤੇਰਾ ਇਹ ਹੈ ਏਕ ਜਾਤ ਹੈ, ਸਿਰਫ ਰਾਮ ਭਜ, ਇਹ ਜਾਏਗਾ ਤੇਰੇ ਨਾਲ। ਅਗਲਾ ਜੀ ਵਿਖਿਆ ਬਿਖ ਜਿਉ ਵਿਸਾਰ। ਅੱਜ ਜਦੋਂ ਇਹ ਪਵਿੱਤਰ ਤੋਕ ਆਈ, ਵਿਖਿਆ ਦਾ ਅਰਥ ਜੀ ਆਪਣੇ ਆ ਵਾਸ਼ਨਾ, ਆ ਜਿਹੜੀ ਵਾਸ਼ਨਾ ਕਹਿ ਲਓ, ਵਿਖਿਆ ਜਿਹੜੀ ਮਾਇਆ ਕਹਿੰਦੇ ਆ ਵਾਸ਼ਨਾ। ਬਿਖ ਦਾ ਅਰਥ ਜ਼ਹਿਰ, ਜਿਉ ਵਿਸਾਰ, ਜਿਵੇਂ ਜ਼ਹਿਰ ਨੂੰ ਬੰਦਾ ਇੱਕ ਖਿੰਦ 'ਚ ਛੱਡ ਦਿੰਦਾ ਹੈ। ਸੁਣੋ, ਪਤਾ ਲੱਗ ਜਾ ਜ਼ਹਿਰ ਹੈ, ਇੱਕ ਖਿੰਦ ਲਾਂਦਾ ਪਰਤ ਕੇ ਉਸ ਵੱਲ ਵੇਂਦਾ ਹੀ ਨਹੀਂ। ਕਹਿਣ ਲੱਗੇ ਤੂੰ ਵਾਸ਼ਨਾ ਨੂੰ ਇਸ ਤਰ੍ਹਾਂ ਛੱਡ ਦੇ ਜਿਵੇਂ ਬੰਦਾ ਜ਼ਹਿਰ ਛੱਡ ਦਿੰਦਾ ਹੈ। ਹੁਣ ਆ ਅੱਧੀ ਧੋ ਕੇ ਵਿਖਿਆ ਬਿਖ ਜਿਉ ਵਿਸਾਰ। ਮੈਂ ਇੱਕ ਦਿਨ ਕਿਹਾ ਸੀ, ਇੱਕ ਹੈ ਗੀਤਾ ਸ਼੍ਰੀ ਮਦ ਭਗਵਤ ਗੀਤਾ, ਪਹਿਲਾਂ ਪੜ੍ਹਦੇ ਹੁੰਦੇ ਸਨ, ਅੱਜ ਨਹੀਂ ਪੜ੍ਹਦੇ। ਤੇ ਸੱਚੀ ਮੁੱਚੀ ਜਿਉਂ-ਜਿਉਂ ਹੁਣ ਆਪਣਾ ਵੇਹਨੇ ਪਿਆ ਨਾ, ਸਾਰਾ ਢਾਂਚਾ ਬਣਿਆ ਬੈਠਾ ਹੈ, ਤੇ ਇੰਨਾ ਡਰ ਲੱਗਣ ਲੱਗ ਪਿਆ ਹੈ। ਸੱਚ ਮੈਂ ਤੁਹਾਨੂੰ ਕਹਾਂ, ਅਸੀਂ ਬੱਚਿਆਂ ਨੂੰ ਵੀ ਪੁਆਇਜ਼ਨ ਕਰੀ ਜਾਂਦੇ, ਇੱਕ ਦੂਜੇ ਨਾਲ ਨਫ਼ਰਤੀ ਜਥੇਬੰਦੀਆਂ ਦੇ ਤੌਰ ਤੇ ਵੀ। ਇਹ ਉਹ ਕੌੜਾ ਸੱਚ ਹੈ ਜਿਹੜੇ ਅਸੀਂ ਬੀਜਨੇ ਪਏ ਹਾਂ। ਇੱਕ ਹੈ ਗੀਤਾ ਕ੍ਰਿਸ਼ਨ ਜੀ ਦੀ, ਇੱਕ ਹੈ ਗੀਤਾ ਅਸ਼ਟਾਵਕਰ ਦੀ। ਅਸ਼ਟਾਵਕਰ ਦੀ ਗੀਤਾ 'ਚ ਰਾਜਾ ਜਨਕ, ਚਲੋ ਮੈਂ ਇਹ ਤੁਹਾਨੂੰ ਪਤਾ ਵੀ ਅਸ਼ਟਾਵਕਰ ਜਦੋਂ ਗਏ, ਅਸ਼ਟਾਵਕਰ ਦੀ ਗੀਤਾ ਸ਼ੁਰੂ ਇੱਥੋਂ ਹੁੰਦੀ ਹੈ। ਜਦੋਂ ਕਹਿੰਦਾ ਮੁਕਤ ਕਿਵੇਂ ਹੋਈਏ, ਅਸ਼ਟਾਵਕਰ ਪਹਿਲਾ ਸ਼ਲੋਕ ਇਹ ਕਹਿੰਦਾ, ਰਾਜਨ ਵਿਸ਼ੇ ਕੋ ਵਿਸ਼ ਕੀ ਤਰ੍ਹਾਂ ਤਿਆਗ ਦੋ। ਪਹਿਲਾ ਸ਼ਲੋਕ ਇਹ ਵੇ ਗੀਤਾ ਦਾ, ਅਸ਼ਟਾਵਕਰ ਦੀ ਗੀਤਾ। हे राजन विषय को विष की तरह त्याग दो। ਤੇ ਗੁਰੂ ਤੇਗ ਬਹਾਦਰ ਨੇ ਸਾਰਾ ਨਿਚੋੜ ਕੱਢ ਕੇ ਰੱਖ ਦਿੱਤਾ। ਕਹਿਣ ਲੱਗੇ ਵਿਖਿਆ ਬਿਖ ਜਿਉ ਵਿਸਾਰ, ਜਿਵੇਂ ਜ਼ਹਿਰ ਨੂੰ ਲੋਕੀ ਛੱਡ ਦਿੰਦੇ ਆ, ਬਸ ਆ ਜ਼ਹਿਰ ਇੱਕ ਖਿੰਨ ਲਾਏ ਨੂੰ ਛੱਡ ਦੇ। ਫਿਰ ਅਗਲਾ ਕੰਮ ਕੀ ਕਰ, ਉਹਨੂੰ ਜੇ ਵਿਸਾਰਨਾ, ਮਨ ਨੂੰ ਆਦਤ ਪਈ ਹੈ। ਸਿਆਣੀਆਂ ਬਜ਼ੁਰਗ ਮਾਈਆਂ ਜਦੋਂ ਬੱਚੇ ਦੀ ਆਦਤ ਢਾਂਦੀਆਂ ਸਨ, ਦੁੱਧ ਪੀਂਦਾ ਸੀ ਜਦੋਂ ਨਿਆਣੇ ਦੁੱਧ ਪੀਣਾ, ਤੇ ਜਦੋਂ ਦੁੱਧ ਛਡਾਣਾ ਜਾਂ ਤਾਂ ਕੋਈ ਫਰੂਟ ਰੱਖਦੀਆਂ ਸਨ, ਜਾਂ ਗੁੜ ਰੱਖਣਾ, ਜਾਂ ਮਿਰਚਾਂ ਲਾਣੀਆਂ ਵੀ ਬੱਚਾ ਉਂਝ ਨੇੜੇ ਨਾ ਲੱਗੇ ਦੁੱਧ ਦੇ। ਗੁਰੂ ਸਾਹਿਬ ਕਹਿੰਦੇ ਨੂੰ ਜਿਹੜਾ ਮਨ ਵਿਸ਼ ਵਿੱਚ ਜ਼ਹਿਰ ਵਿੱਚ ਪ੍ਰਵਿਰਤ ਹੈ, ਉਹ ਕਿਵੇਂ ਹਟੂਗਾ। ਇਹ ਨੈਗੇਟਿਵ ਨਾਲ ਸਾਨੂੰ ਇੱਕ ਹੋਰ ਗੱਲ ਕਹਿ ਦਿੱਤੀ ਕਿ ਪ੍ਰਭ ਕੋ ਜਸ ਹੀਏ ਧਾਰ, ਤੂੰ ਰੱਬ ਦੇ ਜਸ ਨੂੰ ਹਿਰਦੇ 'ਚ ਵਿਛਾ ਦੇ, ਉਹ ਆਪਣੇ ਆਪ ਹੀ ਛੁੱਟ ਜਾਏਗਾ। ਫਿਰ ਬੇਨਤੀ, ਰਾਰਾ ਰਸ ਨਿਰਸ ਕਰ ਜਾਣਿਆ, ਹੋਏ ਨਿਰਸੋ ਰਸ ਪਹਿਚਾਨਿਆ, ਇਹ ਰਸ ਛਾੜੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਪਾਵਾ। ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ, ਤੁਧ ਰੱਬ ਹੈ ਤਾਂ ਪਤਾ ਲੱਗਾ ਵੀ ਇਹ ਉਹਦੇ ਬਰਾਬਰ ਕੋਈ ਨਹੀਂ। ਫਿਰ ਮੇਰੀ ਬੇਨਤੀ ਹੈ, ਵਿਖਿਆ ਬਿਖ ਜਿਉ ਵਿਸਾਰ, ਇਹਨੂੰ ਜ਼ਹਿਰ ਦੀ ਤਰ੍ਹਾਂ ਤਿਆਗ ਦੇ, ਛੱਡ ਦੇ ਨੂੰ। ਪ੍ਰਭ ਕੋ, ਇੱਥੇ ਕਨੌੜਾ ਮਹਾਰਾਜ ਜੀ ਨੇ ਵਰਤਿਆ ਜੀ, ਇਸ ਤਰ੍ਹਾਂ ਨਾ, ਪ੍ਰਭ ਕੋ ਜਸ, ਪ੍ਰਭੂ ਦੇ ਜਸ ਨੂੰ ਹੀਏ ਧਾਰ, ਹਿਰਦੇ ਵਿੱਚ ਧਾਰ ਲੈ। ਤੇ ਮਹਾਰਾਜ ਕੀਰ ਕਹਿੰਦੇ ਆ, ਨਾਨਕ ਜਨ ਕਹੇ ਪੁਕਾਰ,
ਦਾਸ ਨਾਨਕ ਤੈਨੂੰ ਪੁਕਾਰ ਕੇ ਦੇ ਕਹਿ ਰਿਹਾ, ਦੁਆਈ ਦੇ ਰਿਹਾ ਉਹ ਬੰਦਿਆ। ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਕਹਿੰਦੇ ਮੈਂ ਉੱਚੀ ਪੁਕਾਰ ਰਿਹਾ ਵਾਂ। ਕਿ ਕੀ ਪੁਕਾਰ ਰਹੇ ਹੋ ਜੀ? ਅਵਸਰ ਬਿਹਾਤ ਹੈ। ਯਾਦ ਰੱਖਿਓ, ਪਹਿਲਾਂ ਹੀ ਜਿਹੜੀ ਗੱਲ ਕਹੀ ਉਹੀ ਖੀਰ ਤੇ ਫਿਰ ਕਹੀ। ਪਹਿਲਾਂ ਮਹਾਰਾਜ ਜੀ ਨੇ ਕਿਹਾ ਜਨਮ ਸਿਰਾਤ ਹੈ, ਹੁਣ ਸਤਿਗੁਰੂ ਕਹਿ ਰਿਹਾ ਅਵਸਰ ਬਿਹਾਤ ਹੈ। ਅਵਸਰ ਦਾ ਅਰਥ ਅਵਸਰ, ਮੌਕਾ, ਸਮਾਂ। ਆ ਜਿਹੜਾ ਤੇਰਾ ਸਮਾਂ ਹੈ ਨਾ ਇਹ ਲੰਘ ਗਏ ਪਿਆਰਿਆ। ਉੱਥੇ ਸਿਰਾਤ ਹੈ, ਇਹਦਾ ਅਰਥ ਵੀ ਗੁਜ਼ਰਨਾ, ਤੇ ਬਿਹਾਤ ਇਹਦਾ ਅਰਥ ਵੀ ਗੁਜ਼ਰਨਾ ਹੈ। ਕਿ ਤੇਰੇ ਕੋਲ ਮੌਕਾ ਆਇਆ ਹੀ, ਤੂੰ ਸਮਝ ਜਾ, ਇਹ ਸਮਾਂ ਨਿਕਲ ਗਿਆ, ਇਸ ਤੇਰਾ ਅਵਸਰ, ਇਹ ਤੇਰੀ ਬਾਰ, ਘਟ ਭੀਤਰ ਤੂੰ ਦੇਖ ਵਿਚਾਰ। ਪਰ ਇਹ ਵੀ ਡਲ ਕਿਆ ਫਿਰ ਇਹ ਅਵਸਰ ਚਰੈ ਨਾ ਹਾਥਾਂ। ਇਹ ਜਿਹੜਾ ਮੌਕਾ ਮਿਲਿਆ ਨਾ ਇਹ ਅਵਸਰ, ਤੇ ਮੈਂ ਆਪ ਨੂੰ ਕਿਹਾ ਸੀ ਅਵਸਰ ਸਾਰਿਆਂ ਨੂੰ ਰੱਬ ਨੇ ਦਿੱਤਾ ਹੈ, ਇਹ ਸਾਂਭਦੇ ਕੋਈ ਨਹੀਂ। ਜ਼ਿੰਦਗੀ 'ਚ ਖਿੰਨ ਸਭ ਦੇ ਆਉਂਦੀ। ਮੈਂ ਪਿਛਲੇ ਦਿਨੀ ਅਰਜ਼ ਕੀਤੀ, ਸਮਾਪਤੀ ਕਰਨ ਲੱਗਾ, ਕਈਆਂ ਨੂੰ ਮੌਕਾ ਮਿਲਦਾ, ਮੌਕਾ ਸਾਂਭਦੇ ਕੋਈ ਨਹੀਂ। ਕਹਿੰਦੇ ਇੱਕ ਕਿਲਾ ਸੀ, ਪੁਰਾਣੇ ਗੁਰਮੁਖ ਸੁਣਾਉਂਦੇ ਹੁੰਦੇ ਸਨ, ਸੰਪਰਦਾਈ ਸੰਤ ਮਹਾਂਪੁਰਖ ਵੀ ਕਿਲੇ ਦੇ 84 ਬੂਹੇ ਸਨ, ਬੰਦਾ ਬੰਦ ਸੀ ਤੇ ਦਿਸਦਾ ਕੋਈ ਨਹੀਂ ਸੀ। ਇੱਕ ਹੱਥ ਤੋਂ ਟੁੰਡਾ ਸੀ, ਅਲੰਕਾਰ ਦਿੰਦੇ ਹੁੰਦੇ ਸਨ। ਇੱਕ ਹੱਥ ਤੋਂ ਟੁੰਡਾ ਤੇ ਦਿਸਦਾ ਕੋਈ ਨਹੀਂ, ਉੱਤੋਂ ਗੰਜਾ ਸੀ। ਤੇ ਬਾਹਰ ਨਿਕਲਣਾ, ਇੱਕੋ ਬੂਹਾ ਖੁੱਲ੍ਹਾ। ਕਿਸੇ ਸਿਆਣੇ ਨੇ ਕਿਹਾ ਬਸ ਇਸ ਤਰ੍ਹਾਂ ਹੱਥ ਲਾਈ ਜਾ ਤੇ ਜਿੱਥੇ ਬੂਹਾ ਖੁੱਲ੍ਹਾ ਹੈਗਾ ਬਾਹਰ ਨਿਕਲ ਜੀ, ਤੈਨੂੰ ਦਿਸਦਾ ਤੇ ਕੋਈ ਨਹੀਂ। ਉਹ ਜੀ 83 ਬੂਹੇ ਨਿਕਲ ਗਿਆ, ਸਾਰੇ ਬੰਦ ਸਨ। ਜਦੋਂ 84ਵਾਂ ਆਇਆ ਨਾ, ਖੁਰਕ ਹੋਣ ਲੱਗ ਪਈ, ਉਹ ਸਿਰ 'ਚ ਖੁਰਕਣ ਲੱਗ ਪਿਆ, ਅਗਾਂਹ ਨਿਕਲ ਗਿਆ। ਉਹ ਜਿਹੜਾ ਖੁੱਲ੍ਹਾ ਸੀ ਉਧਰ ਬਾਂਹ ਹੀ ਕੋਈ ਨਹੀਂ ਕੱਢੀ। ਚੇਤੇ ਰੱਖਿਓ 83 ਚੋਂ ਲੰਘ ਕੇ ਆ ਗਿਆ, 84 ਆਇਆ ਨੂੰ ਖੁਰਕ ਇੰਨੀ ਕੁ ਹੁੰਦੀ ਵੀ ਨਿਕਲਦਾ ਹੀ ਕੋਈ ਨਹੀਂ ਪਿਆ ਇਹਦੇ 'ਚੋਂ। ਹੈ ਤਾਂ ਖੁਰਕ ਹੀ ਹੁੰਦੀ ਪਈ ਇਹਨੂੰ, ਕਦੀ ਕਿਸੇ ਨਾਲ ਅੱਡਾ ਲਾ ਲੈਂਦਾ, ਕਦੀ ਕਿਸੇ ਨਾਲ ਗੰਜਾ ਹੈ ਨਾ, ਖੁਰਕਣ ਲੱਗ ਪੈਂਦਾ। ਉਹ ਭਾਵੇਂ ਕਿਲੇ ਦਾ ਗੰਜੇ ਦਾ ਅਲੰਕਾਰ ਸੀ, ਪਰ ਗੱਲ ਬੜੇ ਪਤੇ ਦੀ ਸੀ ਕਿ ਜਦੋਂ ਨਿਕਲਣ ਦਾ ਮੌਕਾ ਆਇਆ, ਛਿੰਨ ਜ਼ਿੰਦਗੀ 'ਚ ਕਈ ਵਾਰੀ ਬੰਦਾ ਜਦੋਂ ਸਿਰੇ ਲੱਗ ਜਾਂਦਾ ਨਾ, ਉਦੋਂ ਵੀ ਛਿੰਨ ਗਵਾ ਦਿੰਦਾ। ਉਹ ਆਪਣੇ ਕਹਿੰਦੇ ਸਨ, ਕਿਸੇ ਕਿਹਾ ਵੀ ਜ਼ਿਮੀਦਾਰ ਨੂੰ, ਚਲੋ ਮੈਂ ਦੋ ਕਹਾਣੀ ਟਾਈਪ ਹੀ, ਉਹਨਾਂ ਕਿਹਾ ਵੀ 24 ਘੰਟੇ ਇੱਕ ਗੱਲ ਰਿਪੀਟ ਕਰੀਏ ਤੇ ਸੱਚ ਹੋ ਜਾਂਦੀ ਹੈ। ਉਹਨੇ ਕਿਹਾ ਚਲੋ ਸੁਹਾਗਾ ਹੀ ਸੋਨੇ ਦਾ ਹੋ ਜਾਏ। ਕਈ ਗਾਗਰ ਕਹਿੰਦੇ, ਪਰ ਉਹਨੇ ਹੀ ਕਿਹਾ ਵੀ ਸੁਹਾਗਾ ਸੋਨੇ ਦਾ। ਉਹ ਵਿਚਾਰਾ ਕਹੀ ਗਿਆ, ਅੱਕ ਗਿਆ ਖੀਰ ਤੇ। ਉਹਨੇ ਕਿਹਾ ਘੰਟੇ ਵੀ 24 ਹੋ ਚੱਲੇ ਆ, 23 ਘੰਟੇ ਹੋ ਗਏ ਮੈਨੂੰ, 59 ਮਿੰਟ ਹੋ ਗਏ ਆ। ਕਹਿੰਦਾ ਬਾਬਾ ਝੂਠ ਬੋਲਦਾ ਸੀ, ਅੱਕ ਗਿਆ। ਇੱਕੋ ਦਮ ਕਹਿੰਦਾ ਜਾ ਓਏ, ਜੇ ਸੋਨਾ ਨਹੀਂ ਹੋਣਾ ਨਕੰਮਿਆਂ ਲੋਹਾ ਹੀ ਹੋ ਜਾ। ਉਹ ਛਿੰਨ ਉਸੇ ਖਿਲ ਆ ਗਿਆ। ਯਾਦ ਰੱਖਿਓ, ਕਈ ਵਾਰੀ ਬੰਦੇ ਕੋਲ ਜਦੋਂ ਖਿੰਨ ਆਉਂਦਾ ਅੰਦਰੋਂ ਉਕਤਾ ਜਾਂਦਾ ਹੈ। ਗੁਰੂ ਤੇਗ ਬਹਾਦਰ ਕਹਿੰਦਾ ਨਹੀਂ ਓਏ, ਤੂੰ ਆਪਣੇ ਆਪ ਨੂੰ ਸਾਂਭ, ਇੰਨੀਆਂ ਕੋਈ ਬੇਨਤੀਆਂ ਸਵੀਕਾਰ ਕਰਿਓ। ਕੱਲ ਨੂੰ ਮਹਾਰਾਜ ਕਹਿਣਗੇ ਰੇ ਮਨ ਕੌਣ ਗਤ ਹੋਏ ਹੈ ਤੇਰੀ, ਕੀ ਬਣੇਗਾ ਤੇਰੇ ਨਾਲ। ਇਹ ਆਪਾਂ ਕੱਲ ਨੂੰ ਵਾਚਾਂਗੇ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਬਹੁਤ ਇਕਾਗਰਤਾ ਨਾਲ, ਬੜੀ ਵੱਡੀ ਗਿਣਤੀ 'ਚ ਆਪ ਜੀ ਆਏ ਹੋ। ਆਪ ਜੀ ਦਾ ਧੰਨਵਾਦ। ਜਿੰਨਾ ਜਾਣਾ ਭਾਈ ਜਾਓ, ਤੇ ਟਾਈਮ ਹੈ ਤੁਹਾਡਾ 10-10 ਮਿੰਟ ਜ਼ਿਆਦਾ ਰੋਜ਼ ਲਾਈ ਜਾਣਾ, ਤੇ ਮੈਨੂੰ ਆਸ ਹੈ ਖਿਮਾ ਕਰੋਗੇ। ਤੇ ਜਿੰਨਾ ਜਾਣਾ ਜਾਓ, ਤੇ ਥੋੜਾ ਜਿਹਾ ਮੂੰਹ ਥੱਲੇ ਕਰਕੇ ਨਾ ਆਪਣਾ ਨਾਮ ਜਪ ਲਈਏ। ਮੇਰੀ ਬੇਨਤੀ, ਕਿਉਂਕਿ ਆਵਾਜ਼ ਨਹੀਂ ਕੱਲ ਆਈ, ਫਿਰ ਮੈਂ ਤਾਂ ਛੇਤੀ ਸਮਾਪਤ ਕਰ ਦਿੱਤਾ। ਕਿਰਪਾ ਕਰੋ ਸਾਰੇ ਬੋਲੋ ਉੱਚੀ ਆਵਾਜ਼ 'ਚ, ਪਿਆਰ ਅਦਬ ਨਾਲ ਜੀ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ।